ਠੀਕ ਹੋ ਗਿਆ ਜੀ। ਅੱਛਾ ਜੀ, ਅਸੀਂ ਗਾਲਬ ਦੇ ਉੱਤੇ ਗੱਲ ਕਰ ਰਹੇ ਹਾਂ। ਇਹ ਤੀਸਰੀ ਮੀਟਿੰਗ ਹੈਗੀ ਹੈ ਗਾਲਬ ਦੇ ਉੱਤੇ। ਪਹਿਲੀ ਮੀਟਿੰਗ ਦੇ ਵਿੱਚ ਮੈਂ ਗਾਲਬ ਦੀ ਜਿਹੜੀ ਜ਼ਿੰਦਗੀ ਦੇ ਉਹਨਾਂ ਦੇ ਜਿਹੜੇ ਅਹਵਾਲ ਸਨ ਉਹ ਲਿਖੇ ਦੱਸੇ ਸਨ ਤੁਹਾਨੂੰ, ਕਿ ਗਾਲਬ ਕੀ ਸੀ। ਔਰ ਮੈਂ ਇਹ ਦੱਸਿਆ ਸੀ ਕਿ ਗਾਲਬ ਜਿਹੜਾ ਹੈ ਉਹ ਆਪਣਾ ਅਸ਼ਰਾਫੀਆ ਜਾਂ ਅਰਿਸਟੋਕ੍ਰੇਸੀ ਦਾ ਬੰਦਾ ਸੀ, ਔਰ ਅਰਿਸਟੋਕਰੇਟਾਂ ਦੀ ਤਰ੍ਹਾਂ ਉਹ ਸਾਰੀ ਉਮਰ ਰਿਹਾ। ਲੇਕਿਨ ਇਹ ਹੈ ਕਿ ਉਹਦਾ ਮਸਲਾ ਇਹ ਸੀ ਕਿ ਨਾ ਅੰਦਰ ਸੀ ਅਰਿਸਟੋਕ੍ਰੇਸੀ ਦੇ ਤੇ ਨਾ ਬਾਹਰ ਸੀ। ਉਹਨੂੰ ਪਤਾ ਸੀ ਇਹ ਅਰਿਸਟੋਕ੍ਰੇਸੀ ਮੁੱਕ ਰਹੀ ਹੈ, ਪਰ ਉਹ ਫੇਰ ਵੀ ਜਿਹੜਾ ਹੈ ਉਹ ਉਸ ਤੋਂ ਬਾਹਰ ਨਹੀਂ ਸੀ ਨਿਕਲ ਸਕਦਾ ਸੋਚ ਕੇ ਵੀ। ਫਿਰ ਮੈਂ ਪਿਛਲੇ ਵਾਲੀ ਮੀਟਿੰਗ ਦੇ ਵਿੱਚ ਮੈਂ ਜਿਹੜੀ ਗੱਲ ਡਿਸਕਸ ਕੀਤੀ ਸੀਗੀ ਉਹ ਇਹ ਕੀਤੀ ਸੀ ਕਿ ਆਖਿਰ ਗਾਲਬ ਹੀ ਕਿਉਂ। ਮਤਲਬ ਉਰਦੂ ਦੇ ਵੀ ਇੰਨੀ ਜ਼ਬਰਦਸਤ ਟ੍ਰੈਡੀਸ਼ਨ ਹੈਗੀ ਹੈ, ਬਲੀ ਦਕਰੀ ਤੋਂ ਲੈ ਕੇ ਮੀਰ ਤੱਕ। ਤੇ ਕੀ ਵਜ੍ਹਾ ਹੈ ਕਿ ਗਾਲਬ ਜਿਹੜਾ ਹੈ ਉਹ ਵੱਡਾ ਸ਼ਾਇਰ ਮੰਨਿਆ ਜਾਂਦਾ ਹੈ ਸਭ ਤੋਂ, ਔਰ ਉਹਦੇ ਮੁਕਾਬਲੇ 'ਚ ਹੋਰ ਕਿਸੇ ਸ਼ਾਇਰ ਨੂੰ ਉਹਨਾਂ ਵੱਡਾ ਨਹੀਂ ਮੰਨਿਆ ਜਾਂਦਾ। ਤੇ ਉਹਦੀ ਮੈਂ ਜਿਹੜੀ ਮੁਕਾਬਲਾ ਕੀਤਾ ਸੀ, ਉਹਦਾ ਕੰਪੈਰੀਜ਼ਨ ਕੀਤਾ ਸੀ, ਉਹ ਦੁਨੀਆ ਦੇ ਦੂਜੇ ਵੱਡੇ ਸ਼ਾਇਰਾਂ ਨਾਲ ਕੀਤਾ ਸੀ ਕਿ ਕਿਆ ਕੋਈ ਇੰਨਾ ਵੱਡੇ ਸ਼ਾਇਰਾਂ ਦੇ ਵਿੱਚ ਕਿਆ ਕੋਈ ਪਰਸਨੈਲਿਟੀ ਟ੍ਰੇਟਸ ਹੁੰਦੇ ਨੇ ਜਿਨ੍ਹਾਂ ਦੇ ਨਾਲ ਇਹ ਵੱਡੇ ਸ਼ਾਇਰ ਬਣ ਜਾਂਦੇ ਨੇ। ਉਹਨਾਂ 'ਚ ਮੈਂ ਵਾਰਿਸ ਸ਼ਾਹ, ਬੁੱਲੇ ਸ਼ਾਹ, ਗੋਇਟੇ, ਸ਼ੈਕਸਪੀਅਰ, ਇਹਨਾਂ ਸਾਰਿਆਂ ਦੀ ਜ਼ਿੰਦਗੀਆਂ ਦਾ ਕੰਪੈਰੀਜ਼ਨ ਕੀਤਾ ਸੀ। ਤੇ ਮੈਂ ਤੇ ਇਹ ਨਤੀਜਾ ਕੱਢਿਆ ਸੀ ਕਿ ਜਿਹੜੀ ਇਹਨਾਂ ਦੀਆਂ ਜ਼ਾਤੀ ਜ਼ਿੰਦਗੀਆਂ ਨੇ ਉਹਨਾਂ ਦੇ ਵਿੱਚ ਕੋਈ ਸਾਨੂੰ ਐਸੀ ਚੀਜ਼ ਨਜ਼ਰ ਨਹੀਂ ਆਉਂਦੀ। ਇੱਕ ਤੇ ਇਹਨਾਂ ਦੀ ਜ਼ਾਤੀ ਜ਼ਿੰਦਗੀਆਂ ਜਿਹੜੀਆਂ ਨੇ ਉਹ ਬਿਲਕੁਲ ਇੱਕ ਦੂਜੇ ਤੋਂ ਮੁਖਤਲਿਫ ਨੇ, ਔਰ ਬਲਕਿ ਮੁਖਤਲਿਫ ਨਹੀਂ ਹੈਗੀਆਂ ਬਲਕਿ ਇੱਕ ਦੂਜੇ ਦੇ ਆਪੋਜ਼ਿਟ ਨੇ। ਕਿ ਗਾਲਿਬ ਜਿਹੜਾ ਹੈ ਉਹ ਨਵਾਬਾਨਾ ਸ਼ਾਨ ਨਾਲ ਰਹਿਣਾ ਚਾਹੁੰਦਾ ਹੈ, ਵਾਰਿਸ ਸ਼ਾਹ ਮਸੀਤ 'ਚ ਰਹਿ ਰਿਹਾ ਹੈ, ਵਗੈਰਾ ਵਗੈਰਾ। ਸੋ ਮਤਲਬ ਕਹਿਣ ਦਾ ਇਹ ਹੈਗਾ ਕਿ ਕੋਈ ਪਰਸਨੈਲਿਟੀ ਟ੍ਰੇਟਸ ਨਹੀਂ ਹੈਗੇ ਜਿਸ ਤੋਂ ਅਸੀਂ ਉਹਦੀ ਗ੍ਰੇਟਨੈਸ ਨੂੰ ਮਾਪ ਸਕੀਏ। ਫਿਰ ਮੈਂ ਇਹ ਵੀ ਕਿਹਾ ਸੀਗਾ ਕਿ ਜ਼ਾਤੀ ਟ੍ਰੇਟਸ ਦੇ ਵਿੱਚੋਂ ਅਸੀਂ ਆਮ ਤੌਰ 'ਤੇ ਜਿਹੜੇ ਲੋਕ ਗੱਲਾਂ ਕਰਦੇ ਨੇ ਉਹ ਜਾਂ ਤੇ ਉਹਨਾਂ ਦੇ ਆਪਣੇ ਦੁੱਖ ਦਰਦ ਦੱਸਦੇ ਨੇ ਜੀ, ਉਹਦੀ ਬਹੁਤ ਦੁਖੀ ਸੀ। ਹਾਂ, ਗਾਲਿਬ ਵੀ ਬਹੁਤ ਦੁਖੀ ਸੀ, ਪਰ ਉਸ ਤਰ੍ਹਾਂ ਦੇ ਬਹੁਤ ਸਾਰੇ ਦੁਖੀ ਲੋਕ ਪੂਰੇ ਹਿੰਦੁਸਤਾਨ ਦੇ ਵਿੱਚ ਸਨ ਔਰ ਹੈਗੇ ਨੇ, ਤੇ ਉਹ ਗਾਲਿਬ ਥੋੜ੍ਹੇ ਬਣ ਜਾਂਦੇ ਨੇ। ਫਿਰ ਆਪਣਾ ਕੁਝ ਲੋਕ ਕਹਿੰਦੇ ਨੇ ਜੀ ਉਹਦਾ ਡੂਮਣੀ ਨਾਲ ਇਸ਼ਕ ਸੀ, ਜਿਹੜੇ ਫਿਲਮਾਂ ਵਾਲੇ ਬੜੇ ਚੁੱਕਦੇ ਨੇ। ਤੇ ਮੈਂ ਵੀ ਦੱਸਿਆ ਸੀ ਕਿ ਡੂਮਣੀ ਨਾਲ ਦਾ ਤਲਕ ਕਿਸੇ ਜ਼ਮਾਨੇ 'ਚ ਰਿਹਾ ਸੀ, ਲੇਕਿਨ ਉਹ ਬੇਸਿਕਲੀ ਇਸ ਫਲਸਫੇ ਨੂੰ ਮੰਨਦਾ ਹੀ ਨਹੀਂ ਸੀ ਹੈਗਾ। ਉਹ ਤੁਹਾਨੂੰ ਮੈਂ ਦੱਸਿਆ ਸੀ, ਕਹਿੰਦਾ ਸੀ ਕਿ ਮਿਸਰੀ ਦੀ ਮੱਖੀ ਬਣੋ, ਸ਼ਹਿਦ ਦੀ ਮੱਖੀ ਨਾ ਬਣੋ। ਇਹਦੇ ਉੱਤੇ ਅਮਲ ਵੀ ਕਰਦਾ ਸੀ। ਤੇ ਇਸ ਤਰੀਕੇ ਨਾਲ ਮੈਂ ਇਹ ਨਤੀਜਾ ਆਪਣੇ ਤੌਰ ਦੇ ਉੱਤੇ ਕੱਢਿਆ ਹੈ ਔਰ ਤੁਹਾਡੇ ਨਾਲ ਸਾਂਝਾ ਕੀਤਾ ਸੀ ਔਰ ਕਰ ਰਿਹਾ ਹਾਂ ਕਿ ਅਸਲ ਗੱਲ ਹੈਗੀ ਹੈ ਕਿਸੇ ਸ਼ਾਇਰ ਦੇ ਥਾਟ ਕੰਟੈਂਟ ਦੀ, ਉਹਦੇ ਵਿੱਚ ਫਲਸਫਿਆਨਾ ਡੈਪਥ ਕਿੰਨੀ ਹੈ, ਫਿਕਰੀ ਗਹਿਰਾਈ ਜਿਹਨੂੰ ਉਰਦੂ 'ਚ ਅਸੀਂ ਕਹਿੰਦੇ ਹਾਂ, ਪੰਜਾਬੀ ਜਿਹਨੂੰ ਅਸੀਂ ਵਿਚਾਰਧਾਰਾ ਕਹਿੰਦੇ ਹਾਂ, ਉਹ ਕਿੰਨੀ ਕੁ ਜਿਹੜੀ ਹੈ ਉਹ ਯੂਨੀਵਰਸਲ ਹੈ ਔਰ ਕਿੰਨੀ ਕੁ ਉਹ ਫਾਰਵਰਡ ਲੁਕਿੰਗ ਹੈ। ਇਹ ਜਿਹੜੀ ਸਿਫਤ ਜਿਨ੍ਹਾਂ ਸ਼ਾਇਰਾਂ ਦੇ ਵਿੱਚ ਹੈ, ਉਹ ਸ਼ਾਇਰ ਬਹੁਤ ਮੁੱਦਤ ਤੱਕ ਜ਼ਿੰਦਾ ਰਹਿੰਦੇ ਨੇ। ਔਰ ਉਹਨਾਂ ਵਿੱਚ ਮੈਂ ਜਿਹੜੇ ਸ਼ਾਇਰ ਗਣਵਾਏ ਨੇ ਉਹਨਾਂ ਸਾਰਿਆਂ ਦੇ ਵਿੱਚ ਇਹ ਸਿਫਤ ਪਾਈ ਜਾਂਦੀ ਹੈ ਔਰ ਪਾਈ ਜਾਂਦੀ ਸੀ। ਤੇ ਗਾਲਿਬ ਦੀ ਵੀ ਮੈਂ ਕਿਹਾ ਸੀਗਾ ਕਿ ਗਾਲਿਬ ਦੀ ਜਿਹੜੀ ਸ਼ਾਇਰੀ ਹੈ ਉਹਦੇ ਵਿੱਚ ਅਗਰ ਤੁਸੀਂ ਦੇਖੋ ਤੇ ਗਾਲਿਬ ਦੀ ਜ਼ੁਬਾਨ ਬਹੁਤ ਮੁਸ਼ਕਿਲ ਹੈ, ਮੀਰ ਦੀ ਨਾਲੋਂ ਗਾਲਿਬ ਦੀ ਜ਼ੁਬਾਨ ਬਹੁਤ ਮੁਸ਼ਕਿਲ ਹੈ। ਔਰ ਉਹਦੀਆਂ ਜਿਹੜੀਆਂ ਫਾਰਸੀ ਤਰਕੀਬਾਂ ਨੇ, ਫਾਰਸੀ ਜਿਹੜੇ ਮੈਟਾਫਰਸ ਔਰ ਸਿਮਿਲੀਜ਼ ਨੇ, ਉਹ ਆਮ ਲੋਕਾਂ ਦੀ ਸਮਝ 'ਚ ਵੀ ਨਹੀਂ ਆਉਂਦੇ।
ਫਾਰਸੀ ਵੀ ਉਹਦੀ ਨਹੀਂ ਸਮਝ ਆਉਂਦੀ, ਔਰ ਉਹਦੇ ਆਪਣੇ ਜ਼ਮਾਨੇ ਦੇ ਵਿੱਚ ਉਹਦਾ ਬਹੁਤ ਮਜ਼ਾਕ ਉਡਾਇਆ ਜਾਂਦਾ ਸੀਗਾ ਕਿ ਇਹ ਲਫ਼ਜ਼ਾਂ ਦਾ ਜੰਜਾਲ ਇਕੱਠਾ ਕਰ ਦਿੰਦਾ ਹੈ ਤੇ ਜਿਨ੍ਹਾਂ ਦਾ ਕੋਈ ਮਾਨਾ ਸ਼ਾਨਾ ਨਹੀਂ ਹੁੰਦਾ। ਤੇ ਲੇਕਿਨ ਇਹ ਹੈ ਕਿ ਮੈਂ ਇਹ ਕਿਹਾ ਸੀ ਕਿ ਇਸ ਦੇ ਉਹਦੀ ਜ਼ਬਾਨ ਦੇ ਔਖੇ ਹੋਣ ਦੇ ਬਾਵਜੂਦ ਵੀ ਉਹਨੂੰ ਲੋਕੀ ਵੱਡਾ ਸ਼ਾਇਰ ਮੰਨਦੇ ਨੇ, ਕਿਉਂਕਿ ਉਹਦੀ ਜਿਹੜੀ ਫਿਕਰੀ ਡੈਪਥ ਹੈ, ਉਹਦੀ ਜਿਹੜੀ ਫਿਕਰੀ ਗਹਿਰਾਈ ਹੈ, ਇੰਟੈਲੈਕਚੁਅਲ ਡੈਪਥ ਹੈ, ਉਹ ਸਾਰਿਆਂ ਤੋਂ ਉਰਦੂ ਬਾਕੀ ਦੇ ਉਰਦੂ ਸ਼ਾਇਰਾਂ 'ਚ ਵੱਡੀ ਹੈ। ਬਲਕਿ ਮੈਂ ਤੇ ਇਹ ਵੀ ਕਹਿਣਾ ਹੈ ਕਿ ਉਰਦੂ ਪੂਰੀ ਟ੍ਰੈਡੀਸ਼ਨ ਦੇ ਵਿੱਚ ਗਾਲਬ ਤੋਂ ਪਹਿਲੇ ਔਰ ਗਾਲਬ ਤੋਂ ਬਾਅਦ ਵੀ ਉਸ ਲੈਵਲ ਦਾ ਪੋਇਟ ਜਿਹੜਾ ਹੈ ਉਹ ਉਰਦੂ ਸ਼ਾਇਰੀ 'ਚ ਨਹੀਂ ਹੈਗਾ। ਗਾਲਬ ਤੋਂ ਬਾਅਦ ਵੀ ਉਸ ਲੈਵਲ ਦੀ ਫਿਲੋਸੋਫੀਕਲ ਡੈਪਥ ਜਿਹੜੀ ਹੈ ਉਹ ਕਿਸੇ ਸ਼ਾਇਰ ਵਿੱਚ ਨਹੀਂ ਹੈਗੀ। ਆਮ ਤੌਰ ਤੇ ਜਿਹੜੇ ਪ੍ਰੋਗਰੈਸਿਵ ਸ਼ਾਇਰ ਫੈਜ਼ ਜਾਂ ਦੂਸਰੇ ਆਏ ਨੇ, ਇਹ ਬੇਸਿਕਲੀ ਰੋਮਾਂਟਿਕ ਪੋਇਟ ਸਨ। ਇਹਨਾਂ ਦੇ ਵਿੱਚ ਉਹ ਫਲਸਫੀਆਨਾ ਡੈਪਥ ਨਹੀਂ ਸੀ ਹੈਗੀ ਜਿਹੜੀ ਗਾਲਬ ਵਿੱਚ ਹੈਗੀ ਸੀ। ਅੱਛਾ, ਅੱਜ ਮੈਂ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਉਹ ਹੈ ਗਾਲਬ ਔਰ ਇੰਡੀਅਨ ਸਟੇਟ, ਗਾਲਬ ਤੇ ਹਿੰਦੁਸਤਾਨੀ ਰਿਆਸਤ। ਤੁਸੀਂ ਸਮਝੋਗੇ ਕਿ ਬਈ ਇਹ ਕਿਹੜੀ ਪੁੱਠੀ ਸਿੱਧੀ ਤਰੀਕੇ ਦੇ ਨਾਲ ਸਾਨੂੰ ਗਾਲਬ ਦੇ ਬਾਰੇ ਚ ਦੱਸਿਆ ਜਾ ਰਿਹਾ ਹੈ। ਲੇਕਿਨ ਮੈਂ ਇਹ ਸਮਝਦਾ ਹੈ ਕਿ ਜਿੰਨਾ ਚਿਰ ਤੱਕ ਤੁਹਾਨੂੰ ਉਸ ਵੇਲੇ ਦੇ ਤਾਰੀਖੀ ਸੀਨ ਦਾ ਨਾ ਪਤਾ ਹੋਵੇ, ਤਾਰੀਖੀ ਮੰਜ਼ਰ ਦਾ ਤੁਹਾਨੂੰ ਨਾ ਪਤਾ ਹੋਵੇ, ਤੇ ਤੁਸੀਂ ਉਸ ਜ਼ਮਾਨੇ ਦੀ ਜਿਹੜੀ ਇੰਟੈਲੈਕਚੁਅਲ ਐਕਸਪ੍ਰੈਸ਼ਨ ਹੈ ਉਹਨੂੰ ਸਮਝਣਾ ਤੁਹਾਡੇ ਲਈ ਜ਼ਰਾ, ਸਾਡੇ ਸਾਰਿਆਂ ਲਈ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਇੱਕ ਤੇ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਕਿ ਜਿੱਥੇ ਜਿਹੜਾ ਉਹ ਇਲਾਕਾ ਸੀ ਜਿੱਥੇ ਗਾਲਬ ਰਹਿੰਦਾ ਸੀ, ਯਾਨੀ ਯੂਪੀ, ਔਰ ਜਿਹੜੀ ਮੁਸਲਮਾਨ ਅਸ਼ਰਾਫੀਆ ਸੀ ਉਹ ਹੈ ਕੀ ਸੀ, ਔਰ ਉਹਦੀ ਮੈਂ ਕੁਝ ਪਹਿਲੇ ਪਿਛਲੇ ਲੈਕਚਰ 'ਚ ਵੀ ਦੱਸਿਆ ਸੀਗਾ। ਲੇਕਿਨ ਅੱਜ ਮੈਂ ਹੋਰ ਤੁਹਾਨੂੰ ਕੁਝ ਵਾਕਿਆ ਦੱਸਾਂਗਾ ਕਿ ਕੇਸ ਗਾਲਬ ਤੱਕ ਜਦੋਂ ਪਹੁੰਚਨੇ ਹੈ ਤੇ ਹਿੰਦੁਸਤਾਨੀ ਰਿਆਸਤ ਜਿਹੜੀ ਹੈ, ਹਿੰਦੁਸਤਾਨੀ ਸਟੇਟ ਜਿਹੜੀ ਹੈ, ਉਹਦਾ ਕੀ ਹਾਲ ਹੋ ਚੁੱਕਿਆ ਸੀ ਔਰ ਉਹ ਕਿਸ ਤਰ੍ਹਾਂ ਦੀ ਉਹਦਾ ਕੀ ਹੈਗੀ ਸੀ। ਉਹ ਜਿਹੜੀ ਗੱਲ ਮੁੱਢਲੀ ਹੈ, ਗਾਲਬ ਜਿਹੜਾ ਫੇਸ ਕਰ ਰਿਹਾ ਸੀ ਇਸ ਵੇਲੇ, ਉਹਨੇ ਆਪਣੇ ਇਸ ਸ਼ੇਰ ਵਿੱਚ ਐਕਸਪ੍ਰੈਸ ਕੀਤਾ ਹੈ। ई माँ मुझे रोके है तो खींचे है मुझे कुफ्र, काबा मेरे पीछे है पुलिसा मेरे आगे। ਇਹਦਾ ਤਰਜਮਾ ਇਹ ਹੈ ਕਿ ਈਮਾਨ ਜਿਹੜਾ ਹੈ, ਫੇਸ ਜਿਹੜਾ ਹੈ ਉਹ ਮੈਨੂੰ ਰੋਕ ਰਿਹਾ ਹੈ, ਤੇ ਜਿਹੜਾ ਫੇਸ ਦੇ ਉਲਟ ਹੈ ਉਹ ਮੈਨੂੰ, ਯਾਨੀ ਕੁਫਰ ਜਿਹੜਾ ਹੈ, ਐਂਟੀ ਫੇਸ ਜਿਹੜਾ ਹੈਗਾ ਉਹ ਮੈਨੂੰ ਆਪਣੇ ਵੱਲ ਖਿੱਚ ਰਿਹਾ ਹੈ। ਮੇਰੇ ਬੈਕਗਰਾਉਂਡ ਦੇ ਵਿੱਚ ਕਾਬਾ ਹੈ, ਯਾਨੀ ਮੁਸਲਮਾਨ ਇਸਲਾਮ ਹੈ, ਔਰ ਕਲੀਸਾ ਮੇਰੇ ਆ ਗਏ, ਤੇ ਕਲੀਸਾ ਦਾ ਮਤਲਬ ਕ੍ਰਿਸਚੈਨਿਟੀ, ਤੇ ਕ੍ਰਿਸਚੈਨਿਟੀ ਦੀ ਜਿਹੜੀ ਸਿਵਲਾਈਜੇਸ਼ਨ ਹੈ ਉਹ ਮੇਰੇ ਅੱਗੇ ਹੈ, ਮੇਰੇ ਪਿੱਛੇ ਕਾਬਾ ਹੈ ਤੇ ਮੇਰੇ ਅੱਗੇ ਕਲੀਸਾ ਹੈ। ਇਹ ਤੁਸੀਂ ਮੇਰੇ ਖਿਆਲ ਸਾਰਿਆਂ ਨੇ ਤੁਹਾਡੇ ਤੋਂ ਮੋਸਟਲੀ ਸੁਣਿਆ ਹੋਵੇਗਾ। ई माँ मुझे रोके है तो खींचे है मुझे कुफर, काबा मेरे पीछे है कलीसा मेरे आगे। ਅੱਛਾ, ਹੁਣ ਤੁਸੀਂ ਇਹਦੇ 'ਚ ਦੇਖੋ ਕਿ ਗਾਲਿਬ ਜਿਹੜਾ ਹੈ ਉਹਨੂੰ ਸਾਫ਼ ਜਿਹੜੀ ਇੱਕ ਚੀਜ਼ ਨਜ਼ਰ ਆ ਰਹੀ ਹੈ ਉਹ ਇਹ ਨਜ਼ਰ ਆ ਰਹੀ ਹੈ ਕਿ ਪਿੱਛੇ ਜੋ ਸੀ ਜਿਹੜੀ ਮੁਸਲਮਾਨਾਂ ਦੀ ਹਕੂਮਤ ਸੀ, ਔਰ ਮੁਸਲਮਾਨਾਂ ਨੇ ਆਪਣੇ ਤਰੀਕੇ ਨਾਲ ਜੋ ਵੀ ਕਾਨੂੰਨ ਅਸੂਲ ਰਿਆਸਤ ਬਣਾਈ ਸੀ ਉਹ ਖਤਮ ਹੋ ਚੁੱਕੀ ਹੈ, ਔਰ ਹੁਣ ਇਸ ਤੋਂ ਅੱਗੇ ਜਿਹੜੀ ਹੈ ਉਹ ਵੈਸਟਰਨ ਸਿਵਲਾਈਜੇਸ਼ਨ ਜਿਹੜੀ ਹੈ ਉਹਨੇ ਹੀ ਰੂਲ ਕਰਨਾ ਹੈ। ਇਸ ਨਤੀਜੇ ਤੇ ਗਾਲਬ ਪਹੁੰਚ ਚੁੱਕਿਆ ਸੀ। ਇੱਕ ਸ਼ੇਰ ਜਿਹੜਾ ਹੈ ਬਿਲਕੁਲ ਇਸ ਗੱਲ ਦੀ ਐਕਸਪ੍ਰੈਸ਼ਨ ਹੈ ਕਿ ਗਾਲਬ ਨੂੰ ਇਹ ਪਤਾ ਸੀ ਕਿ ਹੁਣ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਹੈ ਉਹ ਜ਼ਿਆਦਾ
सोफिस्टिकेटेड है, वो ज़्यादा एडवांस्ड है, और इस वास्ते उन्हें ही जड़ा वो रूल करना है। और इसे वास्ते जो उन्होंने कोई दिबाचा या कुछ भी लिखण नहीं दिता जाता सी, हिंदुस्तानी अकबर के कानून के उत्ते दूसरों के कानून, तो कहता सी ये कुछ नहीं है, अंग्रेज के कानून के सामने बिल्कुल हेच खत्म हो चुके हैं। ते वो गालिब का ये अपना नुकता नज़र सी। अच्छा, हुण मैं ये इत्थे थोड़ी जी मैं गल कर रहा करदे हाँ कि इत्थों तक पहुंचे किवें। मैं तुहानूं थोड़ी जी अपना फोन बंद करो जी। हाँ जी, हाँ जी। अच्छा, देखो जी, मैं हुण तुहानूं जिहड़े थोड़े जे हिंदुस्तानी मुसलमानां दी रियासत है वो किवें किवें खत्म हो चुकी सी, ਉਹਦੇ ਬਾਰੇ ਚ ਮੈਂ ਥੋੜੀ ਜੀ ਉਹਦੀ ਬੈਕਗ੍ਰਾਉਂਡ ਤੁਹਾਨੂੰ ਦੱਸਣਾ ਚਾਹੁੰਦਾ। ਆਲਮਗੀਰ ਔਰੰਗਜ਼ੇਬ ਜਿਹੜਾ ਹੈ ਉਹ 1707 ਵਿੱਚ ਮਰਿਆ ਸੀ, ਤੇ ਉਸ ਨੇ ਹਕੂਮਤ ਜਿਹੜੀ ਹੈ ਉਹ ਇੰਤਹਾਈ ਨੈਰੋ ਮਾਈਂਡਡ ਮੁਸਲਮਾਨ ਦੇ ਤੌਰ ਤੇ ਕੀਤੀ ਸੀਗੀ। ਮਤਲਬ ਇਹਨਾਂ ਹਿੰਦੂਆਂ ਨੂੰ ਤਾਂ ਬਰਦਾਸ਼ਤ ਕਰਨਾ ਅਲੱਗਾ ਗੱਲ ਹੈ, ਉਹ ਮੁਸਲਮਾਨਾਂ ਦੇ ਦੂਜੇ ਫਿਰਕਿਆਂ ਨੂੰ ਵੀ ਬਰਦਾਸ਼ਤ ਨਹੀਂ ਸੀ ਕਰਦਾ। ਮਿਸਾਲ ਤੌਰ ਤੇ ਸ਼ੀਆਂ ਨੂੰ ਬਰਦਾਸ਼ਤ ਨਹੀਂ ਸੀ ਕਰਦਾ। ਅੱਛਾ, ਇਹ ਜਿਹੜੀ ਐਡੀ ਨੈਰੋ ਆਈਡੀਓਲੋਜੀ ਜਿਹੜੀ ਹੈ ਇਹ ਔਰੰਗਜ਼ੇਬ ਨੇ ਕਿਉਂ ਅਡਾਪਟ ਕੀਤੀ, ਤੇ ਉਹਦੀ ਤੁਹਾਨੂੰ ਮੈਨੂੰ ਜਿਹੜੀ ਵਜ੍ਹਾ ਨਜ਼ਰ ਆਉਂਦੀ ਹੈ ਕਿ ਬਾਕੀ ਜਿੰਨੇ ਵੀ ਧੜੇ ਸਨ, ਜਿਹੜੇ ਜਿਹੜੇ ਲਿਬਰਲ ਧੜੇ ਸਨ, ਇਨਲਾਈਟਨ ਧੜੇ ਸਨ ਉਸ ਵੇਲੇ ਦੇ, ਜਿਨ੍ਹਾਂ ਵਿੱਚ ਸੂਫੀ ਵੀ ਸ਼ਾਮਲ ਸਨ, ਸਿੱਖ ਵੀ ਸ਼ਾਮਲ ਸਨ, ਬਾਕੀ ਸਾਰੇ ਸ਼ਾਮਲ ਸਨ, ਉਹ ਦਾਰਾ ਸ਼ਕੋਹ ਦੇ ਨਾਲ ਸਨ। ਤੇ ਇੱਕ ਇੱਕ ਤੇ ਇੱਕ ਹੀ ਕਨਸਟੀਚੁਐਂਸੀ ਬਚਦੀ ਸੀ ਜਿਹੜੀ ਜਿਹਨੂੰ ਔਰੰਗਜ਼ੇਬ ਜਿਹਨੂੰ ਨਾਲ ਲੈ ਕੇ ਤੇ ਹਕੂਮਤ ਤੇ ਕਬਜ਼ਾ ਕਰ ਸਕਦਾ ਸੀ, ਉਹ ਹੈਗੀ ਸੀ ਰਿਲੀਜੀਅਸ ਐਕਸਟ੍ਰੀਮਿਸਟਾਂ ਦੀ। ਤੇ ਲਿਹਾਜ਼ਾ ਉਹਨੇ ਉਹ ਹੀ ਕੀਤਾ, ਤੇ ਉਹਦੇ ਨਾਲ ਜਿਹੜੀ 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 ਜਿਹੜੇ ਨਤੀਜੇ ਨਿਕਲੇ ਹਿੰਦੁਸਤਾਨੀ ਰਿਆਸਤ ਦੀ ਆਈਡੀਓਲੋਜੀ ਦੇ, ਕਿ ਉਹ ਆਈਡੀਓਲੋਜੀ ਇੰਨੀ ਨੈਰੋ ਹੋ ਗਈ ਕਿ ਉਹਦੇ ਨਾਲ ਫਰਦਰ ਰੂਲ ਕੀਤਾ ਹੀ ਨਹੀਂ ਜਾ ਸਕਦਾ ਸੀ, ਮੁਮਕਿਨ ਹੀ ਨਹੀਂ ਸੀ ਉਹਦੇ ਨਾਲ ਰੂਲ ਕਰਨਾ। ਵੈਸੇ ਤੁਹਾਨੂੰ ਕਦੀ ਡਿਟੇਲ ਪੜੋ ਨਾ ਕਿ ਔਰੰਗਜ਼ੇਬ ਨੇ ਕਿਵੇਂ ਮਿਸਾਲ ਦੇ ਤੌਰ ਤੇ ਕਿਹਾ ਜਾਂਦਾ ਕਿ ਜਿਹੜੀ ਉਰਦੂ ਜ਼ਬਾਨ ਹੈ, ਉਰਦੂ ਜ਼ਬਾਨ ਵੀ ਇਸ ਤੋਂ ਲਿਖੀ ਜਾਣੀ ਸ਼ੁਰੂ ਹੋਈ, ਸ਼ਾਇਰੀ ਵਗੈਰਾ, ਕਿ ਔਰੰਗਜ਼ੇਬ ਨੇ ਸ਼ਾਇਰਾਂ ਦੇ ਜਿਹੜੇ ਕਿ ਫਾਰਸੀ ਵਿੱਚ ਲਿਖਦੇ ਸਨ ਉਹਨਾਂ ਦੇ ਵਜ਼ੀਫੇ ਬੰਦ ਕਰ ਦਿੱਤੇ, ਗਾਉਣ ਵਾਲਿਆਂ ਨੂੰ ਉਹਨੇ ਉਹਨਾਂ ਦੇ ਸਾਜ਼ ਤੋੜ ਦਿੱਤੇ ਤੇ ਗਾਉਣ ਤੇ ਵੀ ਪਾਬੰਦੀ ਲਾਤੀ ਵਗੈਰਾ ਵਗੈਰਾ। ਤੇ ਕਹਿਣ ਦਾ ਮਤਲਬ ਇਹ ਹੈ ਕਿ ਔਰੰਗਜ਼ੇਬ ਤੱਕ ਪਹੁੰਚਦਿਆਂ ਮੁਸਲਿਮ ਰੂਲਿੰਗ ਆਈਡੀਓਲੋਜੀ ਬਹੁਤ ਹੀ ਨੈਰੋ ਹੋ ਚੁੱਕੀ ਸੀ, ਜਦੋਂ ਕਿ ਅਕਬਰ ਦੇ ਜ਼ਮਾਨੇ 'ਚ ਉਹ ਬੜੀ ਵਾਈਡ ਸੀ ਔਰ ਕਾਫੀ ਇੰਨਾ ਉਹਦਾ ਖਿਲਾਰ ਸੀ ਕਿ ਸਾਰੇ ਮਜ਼ਹਬ ਜਿਹੜੇ ਨੇ ਉਹਨਾਂ ਨੂੰ ਉਹ ਤਕਰੀਬਨ ਮੁਗਲ ਸ਼ਾਹੀ ਕਾਬਲੇ ਕਬੂਲ ਹੁੰਦੀ ਸੀ। ਅੱਛਾ, ਹੁਣ ਤੁਸੀਂ ਇਹ ਦੇਖੋ ਕਿ ਇਸੇ ਵਜ੍ਹਾ ਤੋਂ ਔਰੰਗਜ਼ੇਬ ਦੇ ਜ਼ਮਾਨੇ ਦੇ ਵਿੱਚ ਹੀ, ਯਾਨੀ 17ਵੀਂ ਸਦੀ 'ਚ ਜਿਹੜਾ ਹੈ ਉਹ ਮਰਾਠਿਆਂ ਦੇ ਸ਼ਿਵਾਜੀ ਨੇ 1719 ਵਿੱਚ ਆਪਣੀ ਰਿਆਸਤ ਬਣਾ ਲਈ ਹੋਈ ਸੀ, ਤੇ ਔਰੰਗਜ਼ੇਬ ਦੇ ਮਰਨ ਮਗਰੋਂ ਯਾਨੀ 7 ਚੋਂ ਮਰਿਆ 1707 ਚ, ਔਰ 1719 ਵਿੱਚ ਮਰਾਠਿਆਂ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਜਿਹੜੇ ਬਾਹਰਲੇ ਜਿਹੜੇ ਇਨਵੇਡਰਸ ਆਉਂਦੇ ਰਹੇ ਨੇ ਉਹਨਾਂ ਦੇ ਨਾਲ ਮੁਕਾਬਲਾ ਬੁਨਿਆਦੀ ਤੌਰ ਦੇ ਉੱਤੇ ਮਰਾਠਿਆਂ ਨਾਲ ਦੀ ਜੰਗ ਹੁੰਦੀ ਸੀ। ਉਹਨਾਂ ਦੀ ਜੰਗ ਕੋਈ ਮੁਸਲਿਮ ਅਸ਼ਰਾਫੀਆਂ ਨਾਲ ਜਿਹੜੀ ਇੱਥੇ ਹਕੂਮਤ ਕਰਦੀ ਸੀ, ਮੁਗਲ ਔਰ ਉਹਨਾਂ ਦੇ ਨਵਾਬ ਔਰ ਬਾਕੀ ਜਿਹੜੇ ਨੇ ਉਹ ਨਾ ਬਾਹਰਲਿਆਂ ਨੂੰ ਰੋਕ ਸਕਦੇ ਸੀ ਨਾ ਮਰਾਠਿਆਂ ਨੂੰ ਰੋਕ ਸਕਦੇ ਸਨ। ਇਹ ਹਕੂਮਤ ਜਿਹੜੀ ਸੀ ਉਹ ਮਰਾਠਿਆਂ ਦੀ ਸੀ। ਅੱਛਾ, ਫਿਰ ਦੇਖੋ 1719 ਵਿੱਚ ਦਿੱਲੀ ਤੇ ਮਰਾਠਿਆਂ ਦਾ ਕਬਜ਼ਾ ਹੋ ਗਿਆ। 1739 ਵਿੱਚ ਨਾਦਰ ਸ਼ਾਹ ਨੇ ਹਮਲਾ ਕੀਤਾ ਤੇ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਨੇ ਸਰੈਂਡਰ ਕਰ ਦਿੱਤਾ, ਤੇ ਉਹਦੀ ਤੁਸੀਂ ਦੇਖੋ ਕਿ ਦਿੱਲੀ ਵਾਲਿਆਂ ਨੇ ਇੱਕ ਕੀ ਕਹਿੰਦੇ ਨੇ ਰੋਸ ਵਿਖਾਲਾ ਕੀਤਾ, ਡਿਮੋਨਸਟ੍ਰੇਸ਼ਨ ਕੀਤੀ
ਮਹਿੰਗਾਈ ਦੇ ਖਿਲਾਫ, ਇਨਫਲੇਸ਼ਨ ਦੇ ਖਿਲਾਫ। ਤੇ ਉਹਨੇ ਉਹਨਾਂ ਨੇ ਫੌਜੀ ਕਾਰਵਾਈ ਕੀਤੀ ਨਾਦਰ ਸ਼ਾਹ ਦੇ ਬੰਦਿਆਂ ਨੇ। ਤੇ ਹਿੰਦੁਸਤਾਨ ਦੇ ਜਿਹੜੇ ਦਿੱਲੀ ਦੇ ਜਿਹੜੇ ਲੋਕ ਸਨ ਉਹਨਾਂ ਨੇ 3000 ਨਾਦਰ ਸ਼ਾਹ ਦੇ ਫੌਜੀ ਮਾਰ ਦਿੱਤੇ। ਤੇ ਉਸ ਤੋਂ ਬਾਅਦ ਨਾਦਰ ਸ਼ਾਹ ਨੇ ਆਮ ਕਤਲ ਦੀ ਔਰ ਲੁੱਟਮਾਰ ਕਰਨ ਦੀ ਖੁੱਲ੍ਹ ਦੇ ਦਿੱਤੀ। ਉਹਦੇ ਵਿੱਚ ਕਹਿੰਦੇ ਨੇ ਕਿ 20,000 ਤੋਂ ਲੈ ਕੇ 30,000 ਤੱਕ ਬੰਦੇ ਔਰ ਇਨਸਾਨ ਜਿਹੜੇ ਨੇ ਉਹ ਕਤਲ ਹੋਏ। 20,000 ਤੋਂ 30,000 ਤੱਕ 3 ਦਿਨਾਂ 'ਚ। ਨਾਦਰ ਸ਼ਾਹ ਨੇ ਦਿੱਲੀ ਵਾਲਿਆਂ ਕੋਲੋਂ 20,000 ਮਿਲੀਅਨ ਰੁਪਈਆ ਜੁਰਮਾਨਾ ਲੈ ਕੇ ਉਹਨਾਂ ਨੂੰ ਮਾਫ ਕੀਤਾ। ਤੇ ਨਾ ਸਿਰਫ ਇਹ ਕੀਤਾ ਬਲਕਿ ਜਿਹੜਾ ਨਾਦਰ ਸ਼ਾਹ ਸੀ ਉਹ ਤਖਤੇ ਤਾਊਸ, ਕੋਹ-ਨੂਰ ਹੀਰਾ ਤੇ ਬਾਕੀ ਵੀ ਜਿਹੜੀਆਂ ਖਾਸ ਹਿੰਦੁਸਤਾਨ ਦੀਆਂ ਸ਼ਾਵਾਂ ਸਨ ਉਹਨਾਂ ਨੂੰ ਉਹ ਨਾਲ ਚੁੱਕ ਕੇ ਲੈ ਗਿਆ। ਇਹ ਹੈਗਾ, ਇਹ ਅਸੀਂ ਗੱਲ ਕਰ ਰਹੇ ਹਾਂ 1739 ਦੀ। ਹੁਣ ਆ ਜਾਓ ਤੁਸੀਂ 1748 'ਚ। 1748 ਦੇ ਵਿੱਚ ਤੋਂ ਲੈ ਕੇ 1764 ਤੱਕ ਅਹਿਮਦ ਸ਼ਾਹ ਅਬਦਾਲੀ ਨੇ 8 ਹਮਲੇ ਜਿਹੜੇ ਨੇ ਉਹ ਕੀਤੇ ਹਿੰਦੁਸਤਾਨ ਦੇ ਉੱਤੇ। ਔਰ ਹਰ ਸਾਲ ਉਹ ਆ ਕੇ ਲੁੱਟਮਾਰ ਕਰਕੇ ਤੇ ਵਾਪਸ ਚਲਾ ਜਾਂਦਾ ਸੀ। ਸੋ ਲਿਹਾਜ਼ਾ ਜਿਹੜੀ ਮੁਕਾਮੀ ਜਿਹੜੀ ਸਟੇਟ ਸੀਗੀ ਉਹਦੇ 'ਚ ਇੰਨੀ ਪਾਵਰ ਨਹੀਂ ਸੀ ਹੈਗੀ ਕਿ ਉਹ ਉਹਨਾਂ ਨੂੰ ਮਰਾਠੇ ਵੀ ਨਹੀਂ ਸੀ ਰੋਕ ਪਾਉਂਦੇ ਤੇ ਉਹ ਨਹੀਂ ਸੀ ਰੋਕ ਪਾਉਂਦੇ। ਤੇ ਉਹ ਤੁਸੀਂ ਦੇਖ ਲਓ ਕਿ ਉਸ ਦੀ ਹਾਲਤ ਕੀ ਹੋਏਗੀ। ਅੱਛਾ ਜੀ, ਈਸਟ ਇੰਡੀਆ ਕੰਪਨੀ ਜਿਹੜੀ ਹੈ ਉਹਨੇ 1700 ਈਸਟ ਇੰਡੀਆ ਕੰਪਨੀ ਜਿਹੜੀ ਆ ਉਹ ਬੰਗਾਲ ਵਿੱਚ ਆ ਚੁੱਕੀ ਸੀ। ਤੇ ਉਹਨੇ ਆਪਣਾ 1756 ਤੱਕ 3000 ਬੰਦਿਆਂ ਦੀ ਫੌਜ ਜਿਹੜੀ ਉਹ ਭਰਤੀ ਕਰ ਲਈ ਸੀ। ਤੇ 1757 ਵਿੱਚ ਉਹਨਾਂ ਨੇ ਸਿਰਾਜੁੱਦੌਲਾ ਦੇ ਨਾਲ ਲੜਾਈ ਵਿੱਚ ਬੰਗਾਲ ਜਿਹੜਾ ਉਹਦੇ ਉੱਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਫਿਰ ਹੌਲੀ ਹੌਲੀ ਪੂਰੇ ਹਿੰਦੁਸਤਾਨ ਤੇ ਉਹਨਾਂ ਦਾ ਕਬਜ਼ਾ ਹੋ ਗਿਆ। ਸਿਰਫ ਇੱਕ ਪੰਜਾਬ ਸੀ ਜਿੱਥੇ ਉਹਨਾਂ ਦਾ ਕਬਜ਼ਾ 1849 ਤੱਕ ਨਹੀਂ ਹੋਇਆ, ਕਿਉਂਕਿ ਇੱਥੇ ਰਣਜੀਤ ਸਿੰਘ ਦੀ ਹਕੂਮਤ ਆ ਗਈ 1799 ਵਿੱਚ। ਤੇ ਰਣਜੀਤ ਸਿੰਘ ਦੇ ਨਾਲ ਜਿਹੜਾ ਮੁਆਹਦਾ ਸੀਗਾ ਅੰਗਰੇਜ਼ਾਂ ਦਾ ਉਹ ਇਹ ਸੀ ਕਿ ਸਤਲੁਜ ਤੋਂ ਪਾਰ ਰਣਜੀਤ ਸਿੰਘ ਨੇ ਨਹੀਂ ਆਉਣਾ ਤੇ ਸਤਲੁਜ ਤੋਂ ਇੱਧਰ ਜਿਹੜਾ ਹੈ ਉਹ ਅੰਗਰੇਜ਼ਾਂ ਨੇ ਨਹੀਂ ਆਉਣਾ। ਇਹ ਜਿਹੜੀ ਹੱਦ ਹੈ ਇਹ ਰਣਜੀਤ ਸਿੰਘ ਦੀ ਸਾਰੀ ਜ਼ਿੰਦਗੀ ਤੱਕ ਰਹੀ ਔਰ ਰਣਜੀਤ ਸਿੰਘ ਦੇ ਮਰਨ ਤੋਂ ਵੀ 10 ਸਾਲ ਬਾਅਦ ਤੱਕ ਇਹ ਰਹੀ। ਤੇ ਹੁਣ ਤੁਸੀਂ ਇਹਦੇ ਵਿੱਚ ਵੇਖੋ, ਤੁਹਾਨੂੰ ਜਿਹੜੀ ਸਾਰੀ ਮੈਂ ਜਿਹੜੀ ਹਿਸਟਰੀ ਸੁਣਾ ਰਿਹਾ ਉਹਦੇ ਵਿੱਚ ਦੇਖੋ ਕਿ ਇਹ ਜਿਹੜੇ ਆਪਣੇ ਆਪ ਨੂੰ ਜਿਹੜੀ ਇਹ ਐਲੀਟ ਮੁਸਲਿਮ ਜਿਹੜੀ UPCP ਔਰ ਇੱਥੋਂ ਦੀ ਜਿਹੜੀ ਅਰਿਸਟੋਕ੍ਰੇਸੀ ਸੀ, ਰੂਲਿੰਗ ਕਲਾਸ ਸੀ, ਇਹ ਇੰਨੀ ਨਾ ਇਹਨਾਂ ਦੇ ਕੋਲ ਕੋਈ ਆਈਡੀਓਲੋਜੀ ਸੀ ਔਰ ਨਾ ਇਹਨਾਂ ਦੇ ਕੋਲ ਕੋਈ ਲੜਨ ਦੀ ਤਾਕਤ ਸੀ। ਇਹ ਮੈਂ ਬਾਰ-ਬਾਰ ਕਹਿਣਾ ਕਿ ਇਹ ਇੱਕ ਬਿਲਕੁਲ ਪੈਰਾਸਾਈਟਸ ਦੀ ਤਰ੍ਹਾਂ ਇਹ ਆਮ ਲੋਕਾਂ ਦੇ ਉੱਤੇ ਜ਼ਬਰ ਕਰਕੇ ਤੇ ਹਕੂਮਤ ਕਰ ਰਹੇ ਸਨ। ਅੱਛਾ, ਜਦੋਂ ਲੇਕਿਨ ਮਰਾਠਿਆਂ ਨੇ ਵੀ ਕੀਤਾ ਤੇ ਫਿਰ ਬਾਅਦ ਚ ਅੰਗਰੇਜ਼ਾਂ ਨੇ ਵੀ ਕੀਤਾ। ਉਹ ਜਦੋਂ ਮਰਾਠਿਆਂ ਨੇ ਵੀ ਦਿੱਲੀ ਤੇ ਕਬਜ਼ਾ ਕੀਤਾ ਤੇ ਉਹਨੇ ਮਾੜਾ ਮੋਟਾ ਮੁਗਲ ਬਾਦਸ਼ਾਹ ਜਿਹੜਾ ਹੈ ਉਹਨੂੰ ਤਖਤ ਦੇ ਉੱਤੇ ਬੈਠਾ ਰਹਿਣ ਦਿੱਤਾ ਤੇ ਉਹ ਕੰਟਰੋਲ ਆਪ ਕਰਦੇ ਰਹੇ, ਲੇਕਿਨ ਮੁਗਲ ਬਾਦਸ਼ਾਹ ਦਾ ਨਾਂ ਰਿਹਾ। ਤੇ ਜਦੋਂ ਆਪਣਾ ਅੰਗਰੇਜ਼ ਆਏ ਤੇ ਅੰਗਰੇਜ਼ਾਂ ਨੇ ਵੀ ਆ ਕੇ ਇਹੋ ਹੀ ਕੀਤਾ ਕਿ ਉਹਨਾਂ ਨੇ ਮੁਗਲ ਬਾਦਸ਼ਾਹ ਜਿਹੜਾ ਸੀ ਉਹਨੂੰ ਬਹਾਦਰ ਸ਼ਾਹ ਜ਼ਫਰ ਨੂੰ ਤੇ ਉਹਨਾਂ ਨੇ ਬਾਦਸ਼ਾਹੀ ਆਪਣਾ ਉੱਥੇ ਦਿੱਲੀ ਦੀ ਹੱਦ ਤੱਕ ਜਾਂ ਦਿੱਲੀ ਦੇ ਕੋਈ ਮਹੱਲਿਆਂ ਦੀ ਹੱਦ ਤੱਕ ਦਰਬਾਰ ਦਾ ਉਹਨਾਂ ਨੇ ਕਾਇਮ ਰੱਖਿਆ, ਜਿਹਦੇ ਨਾਲ ਜਿਹੜਾ ਇਲੂਜ਼ਨ ਇਹ ਸੀ ਮੁਸਲਮਾਨਾਂ ਨੂੰ ਕਿ ਅਜੇ ਵੀ ਸਾਡੀ ਹਕੂਮਤ ਹੈ। ਇਸ ਵਾਸਤੇ ਉਹ ਜਿੰਨੇ ਵੀ ਨਵਾਬ ਤੇ ਜਿੰਨੇ ਵੀ ਜਾਗੀਰਦਾਰ ਮੁਸਲਮਾਨ ਸਨ ਉਹਨਾਂ ਸਭ ਨੇ ਦਿੱਲੀ
ਵਿੱਚ ਹਵੇਲੀਆਂ ਖਰੀਦੀਆਂ ਸਨ, ਭਾਵੇਂ ਉੱਥੇ ਰਹਿੰਦੇ ਸਨ ਜਾਂ ਨਹੀਂ ਸੀ ਰਹਿੰਦੇ ਸਨ, ਉਹਨਾਂ ਨੂੰ ਲੱਗਦਾ ਸੀ ਇਹ ਸਾਡੀ ਜਿਹੜੀ ਹਕੂਮਤ ਹੈ ਨਾ ਇੱਥੇ। ਤੇ ਜੋ ਕੁਝ ਗਾਲਿਬ ਨੂੰ ਬੜੀ ਹੱਦ ਤੱਕ ਇਸ ਜਿਹੜਾ ਭੁਲੇਖਾ ਸੀਗਾ ਕਿ ਇਹ ਹਕੂਮਤ ਅਸਲੀ ਨਹੀਂ ਹੈਗੀ ਮੁਸਲਮਾਨਾਂ ਦੀ, ਇਹ ਅਮਨ ਵਖਾਵੇ ਦੀ ਹਕੂਮਤ ਹੈ। ਮੇਰਾ ਖਿਆਲ ਹੈ ਕਿ ਇਹਦਾ ਜਿਹੜਾ ਅੰਦਾਜ਼ਾ ਹੈ ਉਹ ਗਾਲਿਬ ਨੂੰ ਬਹੁਤ ਜ਼ਿਆਦਾ ਸੀਗਾ। ਅੱਛਾ, ਇਸ ਵਾਸਤੇ ਉਹਦਾ ਤੁਸੀਂ ਇਹ ਸ਼ੇਰ ਦੇਖੋ ਗਾਲਿਬ ਦਾ, ਹੈ ਕਵਾਕਬ ਕੁਛ नजर आते हैं कुछ, देते हैं धोखा ये बाजीगर खुला। मतलब मैंने ये ने है कवाकब यानी मतलब जेडे सितारे ने आसमान दे उत्ते है कवाकब कुछ, ये है कुछ होर ने ते नजर कुछ होर आउंदे ने, ते ये नजर दा धोखा हैगा। मतलब ये है कि जिहड़ी हुकूमत कायम हुई है दिल्ली दे विच, ਇਹ ਉਹਨਾਂ ਸਿਤਾਰਿਆਂ ਦੀ ਤਰ੍ਹਾਂ ਹੀ ਹੈ ਜਿਹੜੇ ਭੁਲੇਖਾ ਪਾ ਰਹੇ ਨੇ। ਅੱਛਾ, ਇਸੇ ਗਜ਼ਲ ਜਿਹੜੀ ਹੈ ਇਸੇ ਗਜ਼ਲ ਦੇ ਕੁਝ ਹੋਰ ਸ਼ੇਰ ਵੀ ਤੁਸੀਂ ਵੇਖੋ। लाख उकदे दिल में थे लेकिन हर एक, लाख उकदे दिल में थे लेकिन हर एक, मेरी हद्दे वसा से बाहर खुला। मतलब मेरे दिल दे विच कई गंढां सन, कई पेच सन, कई उलझना सन, ते ਉਹ ਸਾਰੀਆਂ ਜਿਹੜੀਆਂ ਸੀ ਉਹ ਮੇਰੀ ਕਪੈਸਿਟੀ ਤੋਂ ਬਾਹਰ ਨਿਕਲੀਆਂ। ਉਹ ਮੇਰੀ ਕਪੈਸਿਟੀ 'ਚ ਨਹੀਂ ਸੀ ਉਹਨਾਂ ਨੂੰ ਸਮਝਣਾ ਜਾਂ ਉਹਨਾਂ ਦੇ ਨਾਲ ਡੀਲ ਕਰਨਾ। ਥਾ ਦਿਲੇ ਵਾਬਸਤਾ ਕੁਫਲੇ ਬੇਕੁਲੀਦ, ਮੈਂ ਤੁਹਾਨੂੰ ਵੈਸੇ ਸ਼ੇਰ ਦਾ ਵੀ ਥੋੜਾ ਜਿਹਾ ਮਜ਼ਾ ਦਵਾਉਣਾ ਚਾਹੁੰਦਾ ਹਾਂ। ਥਾ ਦਿਲੇ ਵਾਬਸਤਾ ਕੁਫਲੇ ਬੇਕੁਲੀਦ, ਯਾਨੀ ਮਤਲਬ ਇਹ ਹੈ ਕਿ ਦਿਲ ਜਿਹੜਾ ਹੈ ਉਹ ਕੁਫਲ ਦਾ ਮਤਲਬ ਹੁੰਦਾ ਹੈ ਜਿੰਦਰਾ, ਤਾਲਾ। ਤਾਲਾ ਜਿਹੜਾ ਦਿਲ ਹੈ ਇਹ ਬੰਦ ਤਾਲੇ ਦੀ ਤਰ੍ਹਾਂ ਸੀਗਾ ਕਿ ਜਿਹਦੀ ਚਾਬੀ ਕੋਈ ਨਹੀਂ ਹੈਗੀ। ਬੇਕੁਲੀਦ, ਕੁਲੀਦ ਦਾ ਮਤਲਬ ਚਾਬੀ, ਜਿਹਦੀ ਚਾਬੀ ਕੋਈ ਨਹੀਂ ਹੈਗੀ। किसने खोला, कब खुला, क्यों कर खुला, ये कोई नहीं दस सकता कि वो किदों खुलिया, किन्ने खोलिया और किस तरह खुलिया। अच्छा जी, गालिब ਦੀ ਜਿਹੜੀ ਕੰਟਰਡਿਕਸ਼ਨ ਸੀ ਉਹ ਇਹ ਦੇਖੋ ਇਹ ਸੀ ਕਿ ਉਹਨੂੰ ਮੁਗਲਿਆ ਸਲਤਨਤ ਦੇ ਖੋਖਾ ਹੋਣ ਦਾ ਅੰਦਾਜ਼ਾ ਵੀ ਸੀ, ਲੇਕਿਨ ਉਹ ਉਹਦੇ ਨਾਲ ਤਲਕ ਵੀ ਨਹੀਂ ਸੀ ਤੋੜ ਸਕਦੇ। ਉਹ ਉਂਝ ਹੀ ਰਹਿੰਦੇ ਰਹੇ ਜਿਵੇਂ ਉਹਨਾਂ ਨੇ ਰਹਿਣਾ ਸੀ। ਔਰ ਵੈਸੇ ਤੇ ਇਹ ਹੈ ਕਿ ਆਮ ਤੌਰ ਤੇ ਜਿਹੜੇ ਵੱਡੇ ਸ਼ਾਇਰ ਨੇ ਉਹ ਹਕੂਮਤਾਂ ਦੇ ਨਾਲ, ਮੈਂ ਦੂਜਿਆਂ ਨੂੰ ਵੀ ਵੇਖਿਆ ਹੈ, ਬਾਰਿਸ਼ਾਂ ਦਾ ਮੈਂ ਕਹਿ ਨਹੀਂ ਸਕਦਾ, ਲੇਕਿਨ ਗੋਇਟੇ ਜਾਂ ਸ਼ੈਕਸਪੀਅਰ, ਉਹਨਾਂ ਦਾ ਹਕੂਮਤਾਂ ਦੇ ਨਾਲ ਕੋਈ ਜ਼ਿਆਦਾ ਪੰਗਾ ਨਹੀਂ ਹੁੰਦਾ, ਉਹਨਾਂ ਨੂੰ ਬਣਾ ਕੇ ਰਹਿੰਦੇ ਨੇ। लेकिन ये है कि गालिब ਨੂੰ ਰਿਆਸਤ ਯਾਨੀ ਸਟੇਟ ਦੇ ਫਲਸਫੇ ਦੇ ਬਾਰੇ ਵਿੱਚ ਕੋਈ ਬਹੁਤਾ ਪਤਾ ਸੀ ਜਾਂ ਨਹੀਂ ਸੀ ਪਤਾ, ਲੇਕਿਨ ਉਹਨੂੰ ਇਹ ਪਤਾ ਸੀਗਾ ਕਿ ਜਿਸ ਵਿਚਾਰਧਾਰਾ ਤੇ, ਜਿਸ ਫਿਲੋਸੋਫੀਕਲ ਬੇਸ ਦੇ ਉੱਤੇ ਅੰਗਰੇਜ਼ ਸਟੇਟ ਨੂੰ, ਰਿਆਸਤ ਨੂੰ, ਹਕੂਮਤ ਨੂੰ ਬਣਾ ਰਹੇ ਨੇ, ਉਹ ਮੁਸਲਮਾਨ ਅਸ਼ਰਾਫੀਆ ਨੇ ਜਿਹੜੀ ਹਕੂਮਤ ਬਣਾਈ ਸੀ, ਯਾਨੀ ਜਿਹੜੀ ਐਰਿਸਟੋਕ੍ਰੇਸੀ ਨੇ ਹਿੰਦੁਸਤਾਨ ਦੇ ਵਿੱਚ ਹਕੂਮਤ ਬਣਾਈ ਸੀ, ਉਹਦੇ ਨਾਲ ਬਾਹਰਲਿਆਂ ਦੀ ਹਕੂਮਤ ਕਿਤੇ ਵਧੀਆ। ਇਸੇ ਵਾਸਤੇ ਜਿਹੜਾ ਗਾਲਿਬ ਸੀ ਉਹਦੀਆਂ ਬਹੁਤ ਸਾਰੀਆਂ ਉਮੀਦਾਂ ਜਿਹੜੀਆਂ ਨੇ ਉਹ ਅੰਗਰੇਜ਼ਾਂ ਦੇ ਨਾਲ ਸਨ। ਇਹ ਤੁਸੀਂ ਇਹਨੂੰ ਗਾਲਿਬ ਦੀ ਜਿਹੜੀ ਅਪਰਚੂਨਿਜ਼ਮ ਕਹਿ ਲਓ ਜਾਂ ਉਹਦੀ ਐਂਟੀ ਨੈਸ਼ਨਲਿਜ਼ਮ ਕਹਿ ਲਓ ਜਾਂ ਉਹਦਾ ਜੋ ਵੀ ਉਹਨੂੰ ਤੁਸੀਂ ਮਰਜ਼ੀ ਕਹਿ ਲਓ, ਲੇਕਿਨ ਉਹਨਾਂ ਦੇ ਗਾਲਿਬ ਆਪਣੇ ਜ਼ਿਹਨ ਦਾ, ਹਾਲਾਂਕਿ ਉਹਨਾਂ ਦੇ ਸਾਰੇ ਜਿਹੜੇ ਯਾਰ ਦੋਸਤ ਸਨ ਉਹ ਜ਼ਾਹਰ ਗੱਲ ਹੈ ਕਿ ਮੁਗਲ ਅਰਿਸਟੋਕ੍ਰੇਸੀ ਦੇ ਵਿੱਚੋਂ ਹੀ ਸਨ,
लेकिन गालिब जिथों तक कानून और रियासत का तल्लक सी ਉਹਦੇ ਬਾਰੇ ਚ ਇਸ ਨਤੀਜੇ ਤੇ ਪਹੁੰਚ ਚੁੱਕਿਆ ਸੀਗਾ ਕਿ ਇਹ ਨਿਜ਼ਾਮ ਜਿਹੜਾ ਇਹਨੇ ਚੱਲਣਾ ਨਹੀਂ ਹੈ ਤੇ ਉਹ ਮਤਲਬ ਉਹਨਾਂ ਦੀ ਜਿਹੜੀ ਪਿਆਰ ਮੁਹੱਬਤ ਸੀ ਆਪਣੇ ਤਬਕੇ ਦੇ ਨਾਲ ਇਸ਼ਰਾਫੀਆ ਦੇ ਨਾਲ ਉਹ ਮੈਂ ਸਮਝਦਾ ਉਹਨਾਂ ਨੇ ਇੱਕ ਸ਼ੇਰ ਹੈ ਉਹਨਾਂ ਦਾ ਮੁਸ਼ਕਿਲ ਸ਼ੇਰ ਹੈ ਲੇਕਿਨ ਉਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਗਾਲਿਬ ਨੂੰ ਪਤਾ ਸੀ ਕਿ ਮੈਂ ਇੱਕ ਐਸਾ ਰਸਤਾ ਇਖਤਿਆਰ ਕਰ ਰਿਹਾ ਹਾਂ ਜਾਂ ਐਸੇ ਰਸਤੇ ਤੇ ਚੱਲ ਰਿਹਾ ਹਾਂ ਜਿਹਦਾ ਅਖੀਰ ਤਬਾਹੀ ਹੈਗੀ ਹੈ ਔਰ ਮਤਲਬ ਮੈਂ ਜਿਹੜੀ ਮੁਗਲਿਆ ਐਰਿਸਟੋਕ੍ਰੇਸੀ ਦੇ ਨਾਲ ਜ਼ਿੰਦਗੀ ਗੁਜ਼ਾਰ ਰਿਹਾ ਉਹਦਾ ਫਿਊਚਰ ਕੋਈ ਨਹੀਂ ਹੈਗਾ ਅੱਛਾ ਜੀ ਇਹ ਹੁਣ ਇਸ ਸਿਲਸਿਲੇ 'ਚ ਮੈਂ ਤੁਹਾਨੂੰ ਸ਼ੇਰ ਸੁਣਾਉਣਾ ਚਾਹੁੰਦਾ ਹਾਂ ਜਿਹੜਾ ਮੇਰੇ ਖਿਆਲ ਦੇ ਵਿੱਚ ਇਸ ਸਿਚੁਏਸ਼ਨ ਤੇ ਬੜਾ ਫਿੱਟ ਬੈਂਦਾ ਹੈ ਸਰਾਪਾ रहने इश्को ये बड़ा मुश्किल शेर है वैसे सरापा रहने इश्को नागजीरे उल्फते हस्ती अबादत बर्क की करता हूं और अफसोस हासिल का लो जी थोड़े जो कोई किदा तर्जमा करेगा पंजाबी सुना तो तुसी होना ही है ना सारे ने सरापा रहने इश्को नागुज़ीरे उल्फते हस्ती यानी मेरा पूरी तरह जड़ा वजूद है वो इश्क रहन हो चुका है प्लेज हो चुका है ते जड़ी हस्ती दी मुहब्बत है वो इनएविटेबल है इबादत बर्क की करता हूं मैं पूजना बिजली नूं है बर्क का मतलब होता है बिजली मैं पूजना बिजली नूं है और अफसोस हासिल का ते नाल नाल मैं ये भी लिमिट करना है कि मैनू हासिल कोई कुछ नहीं हुंदा मतलब जो मैं बिजली की परस्तिश करना तो बिजली ने की छड्डना है मेरे बिजली की परस्तिश बिजली तो हर शै नूं जिहड़ी है वो तबाह बर्बाद कर दिंदी है ते मैं ਉਹਦੀ ਪੂਜਾ ਕਰਨਾ ਹੈ ਤੇ ਨਾਲ ਨਾਲ ਮੈਨੂੰ ਇਹ ਵੀ ਅਫਸੋਸ ਹੈ ਕਿ ਮੈਨੂੰ ਹਾਸਲ ਨਹੀਂ ਹੋ ਰਿਹਾ ਹਾਸਲ ਨਹੀਂ ਹੁੰਦਾ ਮਤਲਬ ਇਹ ਹੈ ਕਿ ਜਿਹੜੀ ਮੁਗਲ ਸ਼ਾਹੀ ਹੈ ਜਾਂ ਮੁਗਲ ਜਿਹੜੀ ਐਰਿਸਟੋਕ੍ਰੇਸੀ ਹੈ ਉਹ ਸਮਝ ਲਓ ਕਿ ਉਹ ਜਿਹਦੇ ਚ ਰਹਿ ਰਿਹਾ ਹੈ ਉਹਦੀ ਇਬਾਦਤ ਹੈ ਤੇ ਉਹਦੇ ਵਿੱਚ ਉਹਨੂੰ ਇਹ ਖਿਆਲ ਹੈ ਕਿ ਇਹਦਾ ਕੁਝ ਬਣ ਨਹੀਂ ਰਿਹਾ ਤੇ ਉਹਦਾ ਬਣਨਾ ਵੀ ਕੋਈ ਕੁਝ ਨਹੀਂ ਸੀ ਇਹ ਬੜਾ ਅੱਛਾ ਸ਼ੇਰ ਹੈ ਇਹਨੂੰ ਯਾਦ ਰੱਖਿਓ सरापा रहने इश्को नागुज़ीरे जी उल्फते हस्ती अबादत बर्क की करता हूं और अफसोस हासिल का अपना शिराजी साहब शाहिद साहब मुझे लगता है कि ऑन करके तो आपके चले गए हैं हाँ जी नासिर बोल जी हाँ जी मैं आगे जी नो प्रॉब्लम हाँ ये शेयर दे उत्ते करो ना जी तुसी कमेंट करो है कि कमेंट करा यानी यही है कि मैंने है पता कि ला हासिल है लेकिन यानी कि आई एम गोइंग डाउन द पाथ ऑफ डिस्ट्रक्शन बट आई एम अनएबल टू चेंज माय पाथ बिल्कुल ठीक अच्छा ਹੁਣ ਮੈਂ ਜਿਹੜੀ ਇੱਕ ਹੋਰ ਗੱਲ ਅੱਗੇ ਜਿੱਥੋਂ ਚਲਾਉਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਜਦੋਂ ਮੈਂ ਕਹਿੰਦਾ ਹੈ ਕਿ ਗਾਲਿਬ ਜਿਹੜਾ ਹੈ ਉਹ ਆਪਣੇ ਜ਼ਮਾਨੇ ਦੇ ਲਿਹਾਜ਼ ਨਾਲ ਬਹੁਤ ਫਾਰਵਰਡ ਲੁਕਿੰਗ ਸੀ ਆਪਣੇ ਜ਼ਮਾਨੇ ਤੋਂ ਅੱਗੇ ਦੀ ਸੋਚ ਰਿਹਾ ਸੀ ਜਾਂ ਉਹ ਸੋਚਾਂ ਸੋਚ ਰਿਹਾ ਸੀ ਜਿਹੜੀਆਂ ਉਸ ਵੇਲੇ ਦੁਨੀਆ ਵਿੱਚ ਨਵੀਆਂ ਸਨ ਤੇ ਇਸ ਵਜ੍ਹਾ ਤੋਂ
भी गालिब जिहड़ा वो वड्डा शायर रहा और वड्डा शायर रहेगा। मिसाल के तौर पर तुसी देखो कि गालिब दे अपने ही दौर विच यानी डेविड रिकार्डो जिहड़ा सी उन्ने सरप्लस की थेरी इकनॉमिक सरप्लस की थेरी जिहड़ी है वो दी सी, जिन्हों बाद मार्क्स ने भी यूज किया। हुण पता नहीं कितनी रैलेवेंट आई है कितनी रैलेवेंट नहीं है ਉਹਦਾ ਤੇ ਅਸੀਂ नहीं कह सकते, लेकिन ये है कि बहरहाल एक जमाने तक सरप्लस थेरी ਜਿਹੜੀ ਹੈ ਉਹ ਕਲਾਸੀਕਲ ਇਕਨੋਮਿਕਸ ਤੇ ਇਕਨੋਮਿਸਟਾਂ ਤੇ ਮਾਰਕਸਿਜ਼ਮ ਦੇ ਵਿੱਚ ਬੜੀ ਪਪੂਲਰ ਸੀਗੀ। ਤੁਹਾਨੂੰ ਸਰਪਲਸ ਵੈਲਿਊ ਦਾ ਪ੍ਰਭਜੋਤ ਜੀ ਤੁਹਾਨੂੰ ਤੇ ਪਤਾ ਹੈ ਨਾ ਕੀ ਹੈਗੀ, ਮੈਂ ਦੱਸਿਆ ਸੀ ਤੁਹਾਨੂੰ। ਹਾਂਜੀ ਪ੍ਰਭਜੋਤ ਜੀ। ਹਾਂਜੀ ਸਰ, ਤੁਸੀਂ ਦੱਸਿਆ ਸੀ ਕਲਾਸ 'ਚ। ਅੱਛਾ ਚਲੋ ਛੱਡੋ, ਮੈਂ ਦੱਸਣਾ। ਇਹ ਜਿਹੜੀ ਸਰਪਲਸ ਵੈਲਿਊ ਹੈ ਉਹਦੀ ਥਿਊਰੀ ਇਹ ਹੈਗੀ ਹੈ ਬੇਸਿਕਲੀ ਕਿ ਜਿਹੜੀਆਂ ਕੁਦਰਤ ਦੀਆਂ ਚੀਜ਼ਾਂ ਨੇ, ਮਿੱਟੀ ਹੈ ਜਾਂ ਪਾਣੀ ਆ ਜਾਂ ਕੁਛ ਹੈ, ਉਹਨਾਂ ਦੀ ਆਪਣੀ ਕੋਈ ਵੈਲਿਊ ਨਹੀਂ ਹੈਗੀ। ਜਦੋਂ ਮਜ਼ਦੂਰ ਉਹਨਾਂ ਉੱਤੇ ਮਿਹਨਤ ਕਰਦਾ ਹੈ ਤੇ ਫਿਰ ਉਹਨਾਂ ਦੀ ਵੈਲਿਊ ਪੈਦਾ ਹੁੰਦੀ ਹੈ। ਮਸਲਨ ਜੰਗਲ ਦੇ ਵਿੱਚ ਲੱਕੜੀ ਅਗਰ ਦਰਖਤ ਖੜਾ ਹੈ ਔਰ ਲੱਕੜੀ ਹੈ ਉਹਦੀ, ਤੇ ਉਹਦੀ ਕੋਈ ਵੈਲਿਊ ਨਹੀਂ ਹੈਗੀ। ਲੇਕਿਨ ਜਦੋਂ ਮਜ਼ਦੂਰ ਉਹਨੂੰ ਕੱਟ ਕੇ ਲਿਆ ਕੇ ਤੇ ਮੇਜ਼ ਬਣਾ ਦਿੰਦਾ ਹੈ ਤੇ ਉਹਦੀ ਫਿਰ ਵੈਲਿਊ ਹੋ ਜਾਂਦੀ ਹੈ। ਤੇ ਉਹ ਜਿਹੜੀ ਲੱਕੜੀ ਦੇ ਵਿੱਚ ਵੈਲਿਊ ਜਿਹੜੀ ਪੈਦਾ ਕਰਦੀ ਹੈ ਉਹ ਮਜ਼ਦੂਰ ਦੀ ਮਿਹਨਤ ਹੈ। ਔਰ ਜਿਹੜਾ ਹੁਕਮਰਾਨ ਤਬਕਾ ਹੈ ਉਹ ਇਹੋ ਹੀ ਕਰਦਾ ਹੈ ਕਿ ਉਹ ਮਜ਼ਦੂਰ ਦੀ ਮਿਹਨਤ ਨੂੰ ਆਪਣਾ ਗੁਲਾਮ ਕਰਦਾ ਹੈ ਤੇ ਚੀਜ਼ਾਂ ਦੇ ਵਿੱਚ ਜਿਹੜੀ ਵੈਲਿਊ ਪੈਦਾ ਕਰਦਾ ਹੈ। ਮਸਲਨ ਲੱਕੜੀ ਤੋਂ ਮੇਜ਼ਾਂ ਬਣਵਾਈਆਂ ਉਹਨਾਂ ਨੇ ਤੇ ਉਸ ਤੋਂ ਬਾਅਦ ਉਹ ਜਿਹੜੀ ਵਾਫਰ ਜਿਹੜੀ ਉਹਦੀ ਵੈਲਿਊ ਉਹਨਾਂ ਨੇ ਮੇਜ਼ਾਂ ਬਣਾਉਣ ਦੇ ਵਿੱਚ ਫਰਜ਼ ਕਰੋ ਥੋੜੀ ਜਿਹੀ ਇੰਨੀ ਕੁ ਲੇਬਰ ਉਹ ਦੇ ਦਿੰਦੇ ਨੇ ਲੇਬਰਰ ਨੂੰ ਕਿ ਜਿਹਦੇ ਨਾਲ ਉਹ ਜ਼ਿੰਦਾ ਰਹਿ ਸਕੇ, ਤੇ ਬਾਕੀ ਜਿਹੜੀ ਵਾਫਰ ਪੈਦਾਵਾਰ ਹੁੰਦੀ ਹੈ ਉਹ ਆਪਣੇ ਕੋਲ ਰੱਖ ਲੈਂਦੇ ਨੇ ਤੇ ਉਹਨੂੰ ਕਹਿੰਦੇ ਨੇ ਸਰਪਲਸ ਵੈਲਿਊ ਦੀ ਥਿਊਰੀ ਉਹਨੂੰ ਕਿਹਾ ਜਾਂਦਾ। ਇਹਦੀ ਮੈਂ ਤੁਹਾਨੂੰ ਇੱਕ ਬਹੁਤ ਹੀ ਝਟਕੀ ਜੀ ਮਿਸਾਲ ਦਿੰਦਾ। ਮਿਸਾਲ ਦੇ ਤੌਰ ਤੇ ਇੱਕ ਜ਼ਿਮੀਂਦਾਰ ਹੈ, ਉਹਨੇ ਆਪਣਾ 3 ਜਾਂ 4 ਮਜ਼ਦੂਰ ਰੱਖੇ ਨੇ, ਬੜਾ ਜਿਹਾ ਜ਼ਿਮੀਂਦਾਰ ਹੈ ਔਰ ਉਹਨੇ ਮਜ਼ਦੂਰ ਰੱਖੇ ਨੇ ਤੇ ਫਰਜ਼ ਕਰੋ ਉਹਦੀ ਜ਼ਮੀਨ ਦੇ ਤੇ ਜੇ ਉਹ ਨਾ ਬੀਜਣ ਮਜ਼ਦੂਰ ਉਹਦੇ ਵਿੱਚ ਕਣਕ ਤੇ ਉਹ ਜ਼ਮੀਨ ਦੀ ਕੋਈ ਵੈਲਿਊ ਨਹੀਂ ਹੈ। ਉਹ ਮਜ਼ਦੂਰ ਜਿਹੜੇ ਨੇ ਉਹ ਕਣਕ ਬੀਜਦੇ ਨੇ ਉਸ ਜ਼ਮੀਨ ਦੇ ਉੱਤੇ ਤੇ ਫਰਜ਼ ਕਰੋ 100 ਮਣ ਕਣਕ ਉੱਥੋਂ ਆਉਂਦੀ ਹੈ। ਜਦੋਂ ਉਹ ਇਕੱਠੀ ਕੀਤੀ ਜਾਂਦੀ ਹੈ ਤੇ 100 ਮਣ ਕਣਕ ਹੋ ਜਾਂਦੀ ਹੈ ਤੇ ਉਹ 100 ਮਣ ਕਣਕ ਵਿੱਚੋਂ ਜਿਹੜਾ ਮਾਲਕ ਹੈ ਜ਼ਮੀਨ ਦਾ ਉਹ 30 ਮਣ ਕਣਕ ਜਿਹੜੀ ਹੈ ਉਹ ਮਜ਼ਦੂਰਾਂ ਨੂੰ ਦੇ ਦਿੰਦਾ ਹੈ 10-10 ਮਣ, ਤੇ ਬਾਕੀ 70 ਮਣ ਜਿਹੜੀ ਹੈ ਉਹ ਆਪਣੇ ਕੋਲ ਰੱਖ ਲੈਂਦਾ ਹੈ। ਇਹ ਜਿਹੜੀ 70 ਮਣ ਹੈ ਇਹ ਸਰਪਲਸ ਵੈਲਿਊ ਹੈ ਜਿਹੜੀ ਮਜ਼ਦੂਰਾਂ ਨੇ ਪੈਦਾ ਕੀਤੀ ਸੀ ਲੇਕਿਨ ਮਜ਼ਦੂਰਾਂ ਨੂੰ ਦਿੱਤੀ ਨਹੀਂ ਗਈ। ਇਹ ਹੈ ਸਰਪਲਸ ਵੈਲਿਊ ਦੀ ਥਿਊਰੀ ਜਿਹੜੀ ਕਿ 19ਵੀਂ 18ਵੀਂ ਔਰ 19ਵੀਂ ਸਦੀ ਦੇ ਵਿੱਚ ਪਾਪੂਲਰ ਯੂਰਪ ਦੇ ਵਿੱਚ ਜਿਹੜੀ ਹੋਈ ਔਰ ਯੂਰਪ ਦੇ ਦਾਨਿਸ਼ਵਰ ਜਿਹੜੇ ਸਨ ਉਹ ਉਹਨੂੰ ਮੰਨਦੇ ਸਨ। ਅੱਛਾ, ਹੁਣ ਮੈਂ ਇਹ ਦੱਸਣਾ ਚਾਹੁੰਦਾ ਤੁਹਾਨੂੰ ਕਿ ਇੱਕ ਗੱਲ ਮੈਂ ਹੋਰ ਦੱਸ ਦਵਾਂ ਕਿ ਉਹ ਥਿਊਰੀ ਦਾ ਇਹ ਵੀ ਹਿੱਸਾ ਹੈ ਕਿ ਜਿਵੇਂ ਜਿਵੇਂ ਮਜ਼ਦੂਰ ਜਿਹੜਾ ਹੈ ਉਹ ਬਹੁਤੀ ਵਾਫਰ ਪੈਦਾਵਾਰ ਕਰਦਾ ਹੈ ਤੇ ਉਵੇਂ ਉਵੇਂ ਉਹਦੀ ਗੁਲਾਮੀ ਵੱਧਦੀ ਜਾਂਦੀ ਹੈ, ਕਿਉਂਕਿ ਜਿਹੜਾ ਉਹਨੂੰ ਗੁਲਾਮ ਕਰਨ ਵਾਲਾ ਉਹ ਵਾਫਰ ਪੈਦਾਵਾਰ ਲੈ ਕੇ ਉਹ ਹੋਰ ਤਗੜਾ ਹੁੰਦਾ ਜਾਂਦਾ ਹੈ। ਇਹ ਮਜ਼ਦੂਰ ਜਿਹੜਾ ਹੈ ਉਹ ਆਪਣੀ ਪੈਦਾਵਾਰ ਆਪਣੇ ਹੱਥੀਂ ਪੈਦਾਵਾਰ ਬਣਾ ਕੇ ਆਪਣੀ ਹੀ ਗੁਲਾਮੀ ਵਧਾਉਂਦਾ ਹੈ। ਇਹ ਵੀ ਥਿਊਰੀ ਦਾ ਹਿੱਸਾ ਹੈਗਾ। ਅੱਛਾ, ਇਹਦੇ ਤੇ ਹੁਣ ਤੁਸੀਂ ਦੇਖੋ ਗਾਲਿਬ ਇਸ ਪਹਿਲੂ ਦੇ ਉੱਤੇ ਗਾਲਿਬ ਆਪਣੇ ਜਿਹੜਾ ਆਪਣੇ ਜ਼ਮਾਨੇ ਦੇ ਇਤਬਾਰ ਨਾਲ ਕਿੰਨਾ ਅੱਗੇ ਹੈ
ਔਰ ਇਹ ਜਿਹੜੇ ਕਨਸੈਪਟਸ ਨੇ ਇਹਨਾਂ ਨੂੰ ਗਾਲਬ ਤੋਂ ਪਹਿਲੇ ਔਰ ਗਾਲਬ ਤੋਂ ਬਾਅਦ ਕਿਸੇ ਸ਼ਾਇਰ ਨੇ ਲਿਖਿਆ ਨਹੀਂ ਹੈਗਾ। ਉਹ ਰੋਮਾਂਟਿਕ ਨਜ਼ਮਾਂ ਲਿਖੀਆਂ ਨੇ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਕੋਈ ਸ਼ੇਰ ਸੁਣਾਉਣਾ। मेरी तामीर में मुज़मर है एक सूरत खराबी की, हियोला बर्क खरमन का है ऊने गर्म दहकां का। यानी ये जिहड़ा निज़ाम है इहदे विच जिहड़ी तामीर हुई है, जिहड़ी कंस्ट्रक्शन हुई है, ਉਹਦੇ ਵਿੱਚ ਹੀ ਇੱਕ ਮੁੱਢਲੀ ਖਰਾਬੀ ਹੈ। ਔਰ ਜਿਹੜਾ ਦਹਿਕਾਨ ਹੈ ਯਾਨੀ ਪੈਜ਼ੈਂਟ ਜਿਹੜਾ ਹੈ, ਉਹਦੀ ਜਿਹੜੀ ਮਿਹਨਤ ਦਾ ਜਿਹੜਾ ਗਰਮ ਖੂਨ ਹੈ, ਉਹ ਅਸਲ ਦੇ ਵਿੱਚ ਬਿਜਲੀ ਦਾ ਹਿਓਲਾ ਹੈ। ਮਤਲਬ ਇਹ ਹੈ ਕਿ ਉਹ ਆਪਣੇ ਆਪ ਨੂੰ ਸਾੜਨ ਲਈ ਉਹ ਜਿਹੜਾ ਉਹ ਖੂਨ ਗਰਮ ਕਰ ਰਿਹਾ। ਅੱਛਾ, ਇੱਕ ਹੋਰ ਦੂਜਾ ਸ਼ੇਰ ਸੁਣੋ। रौनके हस्ती है इश्के खाना वीरा साज से, अंजमन बेशमा है गर बर्क खरमन में नहीं। चलो ये मैं छड़ देना है। गालिब कुछ अपनी सही से लेना नहीं मुझे, खरमन जले अगर ना मिलक खाए किश्त को। ਇਹਦਾ ਹੁਣ ਮੈਂ ਤਰਜਮਾ ਕਰਨਾ। ਗਾਲਿਬ ਮੈਨੂੰ ਇਸ ਨਿਜ਼ਾਮ ਦੇ ਵਿੱਚ ਸਟਰਗਲ ਕਰਕੇ ਕੁਝ ਨਹੀਂ ਲੈਣਾ। ਮੈਨੂੰ ਕੋਈ ਸਟਰਗਲ ਕਰਨ ਦਾ ਫਾਇਦਾ ਨਹੀਂ ਹੈਗਾ। ਖਰਮਨ ਚਲੇ ਅਗਰ ਜਿਹੜੀ ਅਗਰ ਨਾ ਮਿਲਕ ਖਾਏ ਕਿਸ਼ਤ ਕੋ, ਅਗਰ ਟੱਡੀ ਦਲ ਕੋਲੋਂ ਮੇਰੀ ਫਸਲ ਬਚ ਗਈ ਤੇ ਉਹਦੇ ਉੱਤੇ ਬਿਜਲੀ ਪੈ ਜਾਣੀ ਹੈ। ਇਸ ਵਾਸਤੇ ਮੈਨੂੰ ਮਿਹਨਤ ਕਰਨ ਦੀ ਇਸ ਨਿਜ਼ਾਮ 'ਚ ਲੋੜ ਹੀ ਕੋਈ ਨਹੀਂ ਹੈਗੀ। अच्छा, फिर एक और शेर है। खुशी क्या खेत पर मेरे अगर 100 बार अबर आवे। मैनू इस गल ते काहदी खुशी है कि मेरा खेत जिहड़ा है ਉਹਦੇ ਤੇ ਕਈ ਵਾਰੀ ਬੱਦਲ ਹੋਣ ਤੇ ਬਾਰਿਸ਼ ਹੋਵੇ। ਮਤਲਬ ਵੈਸੇ ਤੇ ਜਿਹੜਾ ਆਪਣਾ ਬਾਈਵਾਨ ਹੈ ਜਾਂ ਜਿਹੜਾ ਕਾਸ਼ਤਕਾਰ ਹੈ ਉਹਨੂੰ ਖੁਸ਼ੀ ਹੋਣੀ ਚਾਹੀਦੀ ਹੈ ਬੱਦਲ ਆਉਣ ਦੇ ਉੱਤੇ ਤੇ ਉਹ ਕਹਿੰਦਾ, ਗਾਲਿਬ ਕਹਿੰਦਾ ਕਿ ਮੈਨੂੰ ਇਸ ਦੀ ਕਾਹਦੀ ਖੁशी है कि ਇਹਦੇ ਤੇ ਬੱਦਲ ਆਉਣਗੇ, ਬਾਰਿਸ਼ ਹੋਏਗੀ ਤੇ पैदावार बढ़ेगी। समझता हूं कि ढूंढे है अभी से बर्क खरमन को, क्योंकि ਮੈਨੂੰ ਇਹ ਪਤਾ ਹੈ ਕਿ ਬਿਜਲੀ ਜਿਹੜੀ ਹੈ ਉਹ ਮੇਰੇ ਦਾਣੇ ਦੇ ਉੱਤੇ ਪੈਣ ਵਾਲੀ ਹੈ। ਯਾਨੀ ਇਹ ਦਾਣਾ ਮੇਰੇ ਹੱਥ ਨਹੀਂ ਆਉਣਾ। ਸੋ ਲਿਹਾਜ਼ਾ ਇਹ ਤੁਸੀਂ ਮੈਂ ਜਿਹੜੀ ਇਹ ਤੁਹਾਡੇ ਨਾਲ ਇਹ ਜੇ ਤੁਸੀਂ ਮੇਰੀ ਕਿਤਾਬ ਦੇਖੋ ਨਾ ਤੇ ਉਹਦੇ ਵਿੱਚ ਮੈਂ ਇਹਨਾਂ ਸਾਰੇ ਸ਼ੇਰਾਂ ਦਾ ਜਿਹੜਾ ਹੈ ਉਹ ਵੇਰਵਾ ਕੀਤਾ ਹੈ। ਇਹਦਾ ਤਰਜਮਾ ਵੀ ਤੇ ਐਨਾਲਿਸਿਸ ਵੀ ਕੀਤਾ ਹੈ। ਡਾਕਟਰ ਸਾਹਿਬ ਇਹ ਜਿਹੜੀ ਉਹਦੀ ਜ਼ਹਿਨੀ ਸਟੇਟ ਸੀ, ਮੈਂਟਲ ਸਟੇਟ ਜਿਹੜੀ ਸੀ ਡਾਕਟਰ ਉਹਨਾਂ ਦੀ ਗਾਲਿਬ ਸਾਹਿਬ ਦੀ, ਉਹ ਇਸ ਵਜ੍ਹਾ ਨਾਲ ਸੀ ਕਿ ਪੈਦਰ ਪੈ ਨਾਕਾਮੀਆਂ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਔਰ ਕਿ ਉਹਨਾਂ ਦੀ ਉਮੀਦ ਅਸੀਂ ਆਮ ਤੌਰ ਤੇ ਕਹਿੰਦੇ ਦੁਨੀਆ ਵਿੱਚ ਉਮੀਦ ਕਾਇਮ ਸੀ ਔਰ ਉਹ ਇਸ ਚੀਜ਼ ਤੋਂ ਬਿਲਕੁਲ ਪਿੱਛੇ ਹਟ ਗਏ ਸਨ। ਬਿਲਕੁਲ ਨਹੀਂ। ਗਾਲਿਬ ਜਿਹੜਾ ਹੈ ਉਹਦੀ ਜ਼ਿੰਦਗੀ ਆਪਣੇ ਤਬਕੇ ਦੇ ਲਿਹਾਜ਼ ਨਾਲ ਬਹੁਤ ਅੱਛੀ ਸੀਗੀ। ਉਹਨੂੰ ਤਕਲੀਫਾਂ ਸਨ, ਲੇਕਿਨ ਮਸੂਫ ਜਿਹੜੇ ਨੇ ਉਹ ਇੰਨੀ ਸ਼ਾਨ ਦੀ ਜ਼ਿੰਦਗੀ ਗੁਜ਼ਾਰਦੇ ਸਨ ਕਿ ਇੱਕ ਰਾਤ ਉਹ ਆਪਣੇ ਪੂਰੇ ਨੌਕਰਾਂ ਦੀ ਤਨਖਾਹ ਜਿੰਨੀ ਸ਼ਰਾਬ ਪੀ ਜਾਂਦੇ ਸਨ। ਮਤਲਬ ਇਹ ਹੈ ਕਿ ਅੰਗਰੇਜ਼ੀ ਉਹ ਮੈਂ ਪਿਛਲੀ ਵਾਰੀ ਤੁਹਾਨੂੰ ਉਹਦੇ ਖਤਾਂ ਨੂੰ ਪੜ੍ਹ ਕੇ ਦੱਸਿਆ ਸੀ ਕਿ ਕਿਹੜੀ ਟਾਮ ਤੇ ਕਿਹੜੀ ਸ਼ਰਾਬ ਅੰਗਰੇਜ਼ੀ ਜਿਹੜੀ ਆ ਉਹ ਸਿਰਫ ਉਹ ਪੀਂਦੇ ਸਨ। ਮੇਰਾ ਕਹਿਣ ਦਾ ਮਤਲਬ ਹੈ ਕਿ ਮੈਂ ਪਹਿਲੇ ਕਹਿ ਚੁੱਕਿਆ ਹਾਂ ਕਿ ਜ਼ਾਤੀ ਸ਼ਖਸੀਅਤ ਦੀ ਤਕਲੀਫਾਂ ਜਾਂ ਨਾਕਾਮੀਆਂ ਸ਼ਾਇਰ ਨੂੰ ਵੱਡਾ ਨਹੀਂ ਕਰਦੀਆਂ। ਔਰ ਗਾਲਿਬ ਦਾ ਵੀ ਜਿਹੜਾ ਇਸ ਤਰ੍ਹਾਂ ਦਾ ਨੁਕਤਾ ਨਜ਼ਰ ਹੈ ਜਿਹੜਾ ਬਣਿਆ, ਇਹ ਐਨਾਲਿਟੀਕਲ ਮਾਈਂਡ ਹੈ। ਇਹ ਇੱਕ ਐਨਾਲਿਸਿਸ ਕਰਨ ਵਾਲਾ ਦਿਮਾਗ ਹੈ ਉਹਦਾ, ਜਿਸ ਤੋਂ ਉਹ ਵੱਡਾ ਸ਼ਾਇਰ ਹੈ। ਮਤਲਬ ਐਜ਼ ਏ ਲੀਡਰ ਸੋਚਦੇ ਸਨ। ਨਹੀਂ, ਮੈਨੂੰ ਨਹੀਂ ਪਤਾ ਲੀਡਰ ਦੇ ਤੌਰ ਤੇ ਕਿ ਕੋਈ ਸ਼ਾਇਰ ਲੀਡਰ ਦੇ ਤੌਰ ਤੇ ਕਿਉਂ ਸੋਚੇਗਾ।
ਦੁਨੀਆ ਦੇ ਜਿਹੜੇ ਦੁੱਖ ਨੇ ਤਕਲੀਫ ਨੇ ਉਹਨਾਂ ਨੂੰ ਆਪਣਾ ਸਮਝਣਾ, ਇਹ ਤੇ ਇੱਕ ਰਹਿਨੁਮਾ ਦਾ ਹੀ ਕੰਮ ਹੁੰਦਾ। ਨਹੀਂ ਕੋਈ ਨਹੀਂ, ਹਰ ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਣਾ। ਅਜੀਬੋ-ਗਰੀਬ ਤੁਸੀਂ ਸਵਾਲ ਕਰ ਰਹੇ ਹੋ। ਮਤਲਬ ਇਹ ਹੈ ਕਿ ਸ਼ਾਇਰ ਕੀ ਗੋਇਟੇ ਕੀ ਲਿਖਦਾ ਹੈ, ਵਾਰਿਸ ਸ਼ਾਹ ਕੀ ਲਿਖਦਾ ਹੈ, ਉਹ ਲੀਡਰ ਸਨ। ਸ਼ਾਇਰ डिस्ट्रैक्शन बड़ी आ रही है विच। हाँ जी, अच्छा नहीं वेज जी। अच्छा जी, अपना फिर वेखो तुसी वो सिर्फ इत्थे इस ਇਹ ਤੇ ਉਹਨੇ ਜਿਹੜੀ ਤਸ਼ਬੀਹਾਂ ਦਿੱਤੀਆਂ ਸਨ ਨਾ, ਉਹ ਕਾਸ਼ਤਕਾਰ ਦੀਆਂ ਦਿੱਤੀਆਂ ਸਨ, ਖੇਤੀ ਕਰਨ ਵਾਲੇ ਦੀਆਂ ਦਿੱਤੀਆਂ ਸਨ। ਫਿਰ ਦੇਖੋ ਇਹ ਜਿਹੜੀ ਹੈ ਇਸ ਸ਼ੇਰ ਦੇ ਵਿੱਚ ਉਹਨੇ ਮਜ਼ਦੂਰ ਦੀ ਜਿਹੜੀ ਹੈ ਉਹ ਦਿੱਤੀ ਹੈ मिसाल। और क्या जबरदस्त शेर है। दीवार बारे मिन्नते मजदूर से है खम, दीवार बारे मिन्नते मजदूर से है खम, ए खानमा खराब ना एहसान उठाइए। मतलब है कि जड़ी दीवार है ये ते ਮਜ਼ਦੂਰ ਦੀ ਮਜ਼ਦੂਰੀ ਦੇ ਭਾਰ ਨਾਲ ਬਣੀ ਹੈ। ਜੇ ਮੈਂ ਇਹਦੇ ਸਾਏ ਦੇ ਵਿੱਚ ਇਹਦੀ ਛਾਂ 'ਚ ਬੈਠਾ, ਮਤਲਬ ਇਹ ਹੈ ਕਿ ਮੈਂ ਮਜ਼ਦੂਰ ਦਾ ਅਹਿਸਾਨ ਚੁੱਕ ਰਿਹਾ। ਇੱਥੇ ਵੀ ਉਹ ਸਬਰ ਆ ਉਹਦਾ ਜਿਹੜਾ ਕਿ ਪਹਿਲੇ ਮੈਂ ਦੱਸਿਆ, ਜਿਹੜੇ ਉਹਨੇ ਕੀਤੇ ਨੇ ਆਪਣਾ ਖੇਤੀਬਾੜੀ ਕਰਨ ਵਾਲੀ ਅਲੀਟ ਦੇ ਨਾਲ, ਜਿਵੇਂ ਉਹਨਾਂ ਨੇ ਇੱਥੇ ਵੀ ਗਾਲਿਬ ਨੇ ਮਜ਼ਦੂਰ ਦੀ ਮਿਸਾਲ ਦੇ ਵਿੱਚ ਵੀ ਇਹ ਕੀਤਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਉਹਦੀ ਜਿਹੜੀ ਐਨਾਲਿਟੀਕਲ ਫਾਰਵਰਡ ਲੁਕਿੰਗ ਜਿਹੜੀ ਉਹਦੀ ਜਿਹੜੀ ਸੋਚ ਹੈ, ਉਹ ਉਹਨੂੰ ਬੁਨਿਆਦੀ ਤੌਰ ਤੇ ਵੱਡਾ ਸ਼ਾਇਰ ਬਣਾਉਂਦੀ ਹੈ ਔਰ ਉਹਨੂੰ ਦੂਸਰਿਆਂ ਤੋਂ ਡਿਫਰੈਂਸ਼ੀਏਟ ਕਰਦੀ ਹੈ ਕਿ ਉਹ ਐਡਵਾਂਸਡ ਜਿਹੜੇ ਕਨਸੈਪਟਸ ਨੇ ਉਹਨਾਂ ਨੂੰ ਗ੍ਰੈਸਪ ਕਰ ਸਕਦਾ ਹੈ ਔਰ ਉਹਨਾਂ ਦੇ ਉੱਤੇ ਲਿਖ ਸਕਦਾ ਹੈ। ਤੇ ਅੱਛਾ, ਮੇਰਾ ਖਿਆਲ ਹੈ ਕਿ ਹੁਣ ਮੈਂ ਚਾਹੁੰਦਾ ਕਿ ਅਸੀਂ ਕੋਈ 5-7 ਮਿੰਟ ਦੀ ਬ੍ਰੇਕ ਲੈ ਲਈਏ। ਠੀਕ ਹੈ ਅੱਛਾ ਜੀ, ਹੁਣ ਕੋਈ ਥੋੜੀ ਜਿਹੀ ਬ੍ਰੇਕ ਲੈ ਲਈਏ। ਹਾਂਜੀ, ਤੇ ਮੈਂ ਡਾਕਟਰ ਸਾਹਿਬ ਇੱਕ ਗੱਲ, can I say one thing please? ਜੀ ਜਿਹੜਾ ਸੀਗੇ ਗਾਲਿਬ, he was bearing witness to what was actually ਜਿਹੜਾ ਉੱਥੋਂ ਦੀ ਹਾਲਾਤ ਸਨ। he was just observing and analyzing, ਕਿਉਂਕਿ ਅੰਗਰੇਜ਼ ਆਪਣੇ ਤੌਰ ਤੋਂ ਦੱਸ ਰਹੇ ਸੀ ਤੇ ਜਿਹੜਾ elite ਸੀਗਾ ਤੁਹਾਡਾ ਆਪਣਾ ਮੁਗਲ elite, ਉਹ ਆਪਣੀ ਵੱਲੋਂ ਹੀ ਸੋਚੀ ਜਾ ਰਿਹਾ ਸੀ, but he was bearing witness to what is actually was the situation on ground. ਬਿਲਕੁਲ, ਮਤਲਬ ਇਹ ਹੈ ਕਿ ਉਹਨੂੰ ਸਾਫ਼ ਦਿਸ ਰਿਹਾ ਸੀ ਹਾਂ, ਜਿਹੜੀ ਮੁਗਲ ਐਰਿਸਟੋਕ੍ਰੇਸੀ ਹੈ ਉਹ ਡੀਜਨਰੇਟ ਹੋ ਚੁੱਕੀ ਹੈ। ਬਿਲਕੁਲ। ਔਰ ਉਹਦਾ ਡਿਕੇ ਬਹੁਤ ਚਿਰ ਪਹਿਲੇ ਤੋਂ ਸ਼ੁਰੂ ਹੋ ਚੁੱਕਿਆ ਹੈ। ਔਰ ਇਹਦੀ ਜਿਹੜੀ ਮੁਗਲ ਜਿਹੜੀ ਐਰਿਸਟੋਕ੍ਰੇਸੀ ਹੈ ਔਰ ਇਹ ਸਾਰੀ ਜਿਹੜੀ ਫੋਰਨ हुकूमत कर रहे ने लोग, पर्शियन स्पीकिंग ते टर्किश स्पीकिंग, ये जिहड़े ने इन्हां दे विच साथ नहीं रहा, बाकी नहीं हैगा। और जिहड़ा अंग्रेज है वो बिल्कुल एक मॉडर्निस्टिक सोच लैके आ रहा है और मॉडर्निस्टिक जिहड़ी टैक्नोलॉजी, मॉडर्निस्टिक जिहड़ा सल्तनत यानी मतलब स्टेट का निज़ाम लैके आ रहा है। तो इस वास्ते अखीर उन्होंने हुकूमत करनी है। इस उन्होंने गालिब ने क्या ना, काबा मेरे पीछे है, कलीसा मेरे आगे। कलीसा मेरे आगे, हाँ जी, काबा मेरे पीछे रह गया है ते अगे जिहड़ा हैगा वो कलीसा हैगा, अगे वो वेस्ट है। ਤੇ ਮੇਰਾ ਮਤਲਬ ਹੈ ਕਿ these situations ਉਹਨੂੰ personally ਇਫੈਕਟ ਨਹੀਂ ਸੀ ਕਰ ਰਹੀਆਂ, he was just bearing witness to them at that. ਦੇਖੋ ਗੱਲ ਇਹ ਹੈ ਕਿ ਜਿਹੜਾ ਇੰਟੈਲੈਕਚੁਅਲ ਹੁੰਦਾ ਹੈ, ਇੰਟੈਲੈਕਚੁਅਲ ਤੇ ਆਮ ਬੰਦੇ ਦੇ ਵਿੱਚ ਇੱਕ ਮੁੱਢਲਾ ਫਰਕ ਇਹ ਹੁੰਦਾ ਹੈ ਕਿ ਆਮ ਬੰਦਾ ਜਿਹੜਾ ਉਹਨੂੰ ਜਿਹੜੀਆਂ ਰੋਜ਼ ਬਰੋਜ਼ ਜਿਹੜੀਆਂ ਉਹਨੂੰ
ਹਾਲਾਤ ਪੇਸ਼ ਆਉਂਦੇ ਨੇ ਉਹ ਉਹਨਾਂ ਨੂੰ ਰਿਐਕਟ ਕਰਦਾ ਜਾਂਦਾ ਹੈ। ਜੀ ਜਿਹੜਾ ਇੰਟੈਲੈਕਚੁਅਲ ਹੈ ਉਹ ਆਰਟੀਕੂਲੇਟ ਲੌਂਗ ਟਰਮ ਦੇ ਵਿੱਚ ਵੀ ਕਰਦਾ ਹੈ, ਹਾਂ ਕਿਉਂਕਿ ਜਿਹੜੀ ਸਾਡੀ ਸੋਚਣ ਦੀ ਜਿਹੜਾ ਲੈਵਲ ਹੈ ਉਹ ਇੱਕ ਤੇ ਹੈ ਨਾ ਜੀ, ਆਮ ਇੰਪੀਰੀਕਲ ਸੋਚ ਹੈ ਸਾਡੀ। ਅਸੀਂ ਜੋ ਦੇਖਦੇ ਹਾਂ ਉਹਨੂੰ ਉਵੇਂ ਲਿਖ ਦਿੰਦੇ ਹਾਂ ਜਾਂ ਉਵੇਂ ਕਹਿ ਦਿੰਦੇ ਹਾਂ, ਠੀਕ। ਇੱਕ ਹੈਗਾ ਉਹਦਾ ਹੈਗਾ ਐਬਸਟਰੈਕਟ ਲੈਵਲ, ਜੀ ਐਬਸਟਰੈਕਸ਼ਨ ਹੈ ਉਹਦੀ, ਕਿ ਮਤਲਬ ਤੁਸੀਂ ਆਪਣੇ ਜ਼ਿਹਨ ਨਾਲ ਕੈਲਕੂਲੇਟ, ਜਾਂ ਤੁਹਾਡਾ ਜ਼ਿਹਨ ਇਹ ਆਰਟੀਕੂਲੇਟ ਕਰਦਾ ਹੈ ਕਿ ਇਹ ਜਿਹੜੀ ਚੀਜ਼ ਹੋ ਰਹੀ ਹੈ ਕਿਉਂ ਹੋ ਰਹੀ ਹੈ। ਮਿਸਾਲ ਦੇ ਤੌਰ ਦੇ ਉੱਤੇ ਕਿ ਬਈ ਇਹ ਤੇ ਹਰ ਬੰਦਾ ਦੇਖ ਰਿਹਾ ਹੈ ਕਿ ਜਿਹੜਾ ਕਿਸਾਨ ਹੈ, ਜਿਹੜਾ ਵਾਹੀਵਾਨ ਹੈ, ਉਹਦੇ ਹੱਥ ਕੁਝ ਵੀ ਨਹੀਂ ਆਉਂਦਾ, ਠੀਕ ਜੀ। ਇਹ ਤੇ ਹਰ ਬੰਦਾ ਜਿਹੜਾ ਉਹ ਤੇ ਇਹ ਤੇ observation ਹੈ ਨਾ। ਲੇਕਿਨ ਉਹਨੂੰ ਹੁਣ ਇੰਟੈਲੈਕਚੁਅਲਾਈਜ਼ ਕਰਨਾ ਜਾਂ ਉਹਨੂੰ ਕਨਸੈਪਚੁਅਲ ਬਣਾਉਣਾ, ਜਿਹੜਾ ਉਹ ਇੰਟੈਲੈਕਚੁਅਲ ਬਣਾਏਗਾ ਨਾ ਜੀ, ਤੇ ਉਹ ਗਾਲਬ ਉਹ ਕਰ ਰਿਹਾ। ਮੈਂ ਇਹਦੇ ਵਿੱਚ ਮੈਂ ਕਿਹਾ ਸੀ ਕਿ ਚੂੰਕਿ ਮਾਡਰਨ ਕਾਨਸੈਪਟਸ ਨੂੰ ਗਾਲਬ ਇੰਟੈਲੈਕਚੁਅਲਾਈਜ਼ ਕਰ ਸਕਦਾ ਹੈ ਆਪਣੀ ਸ਼ਾਇਰੀ ਦੇ ਵਿੱਚ, ਇਸ ਵਾਸਤੇ ਉਹਦੀ ਸ਼ਾਇਰੀ ਵੱਡੀ ਹੈ। ਉਹਦੀ ਮਿਸਾਲ ਮੈਂ ਮਸਲਨ ਇਹ ਵੀ ਦਿੱਤੀ ਹੈ ਕਿ ਉਹ ਜਿਹੜੀ ਸਰਪਲਸ ਵੈਲਿਊ ਦੀ ਜਿਹੜੀ ਥਿਊਰੀ ਹੈ, ਇਹ ਵਾਰਿਸ ਸ਼ਾਹ ਦੇ ਵਿੱਚ ਵੀ ਹੈ। ਵਾਰਿਸ ਸ਼ਾਹ ਵੀ ਇਸ ਕਾਨਸੈਪਟ ਤੱਕ ਪਹੁੰਚ ਗਿਆ ਸੀ। ਮਿਸਾਲ ਦੇ ਤੌਰ ਤੇ ਉਹਦੀ ਮੈਂ ਮਿਸਾਲ ਦਿੱਤੀ ਹੈ। ਮਿਸਾਲ ਦੇ ਤੌਰ ਦੇ ਉੱਤੇ ਵਾਰਿਸ ਸ਼ਾਹ ਜਦੋਂ ਹੀਰ ਦਾ ਵਿਆਹ ਹੋ ਰਿਹਾ ਹੈ ਔਰ ਦਹੇਜ ਦਿੱਤਾ ਜਾ ਰਿਹਾ ਹੈ, ਉਹਦੇ ਚ ਦਹੇਜ ਚੀਜ਼ਾਂ ਰੱਖੀਆਂ ਨੇ, ਬੜਾ ਸੋਨਾ ਕੱਪੜਾ ਤੇ ਸਾਰਾ ਕੁਛ ਹੈ। ਉਹ ਸਾਰਾ ਕੁਛ ਜਿਹੜਾ ਹੀਰ ਦਾ ਪਿਓ ਹੈ ਉਹ ਉਹਨੂੰ ਦਾਜ ਵਿੱਚ ਦੇ ਰਿਹਾ ਹੈ, ਦਹੇਜ ਵਿੱਚ ਦੇ ਰਿਹਾ ਹੈ, ਠੀਕ ਹੈ। ਤੇ ਜਿਹੜਾ ਵਾਰਿਸ ਸ਼ਾਹ ਹੈ ਉਹ ਹੋਰ ਗੱਲ ਕਹਿੰਦਾ ਹੈ। ਵਾਰਿਸ ਸ਼ਾਹ ਗਹਿਣਾ ਠੀਕ ਚਾਹ ਕਹਾ, ਜਿਹੜਾ ਅਸਲ ਜ਼ੇਵਰ ਚੜਾਇਆ ਜਾ ਰਿਹਾ ਉਹ ਤੇ ਨੌਕਰ ਸੀਗਾ, ਯਾਨੀ ਰਾਂਝਾ ਸੀ। ਰਾਂਝਾ ਸੀ ਜਿਹਨੂੰ ਕਿ ਚੜਾਵਾ ਦੇ ਤੌਰ ਤੇ ਚੜਾਇਆ ਜਾ ਰਿਹਾ ਹੈ। ਸੋਈ ਖੱਟੜੇ ਜਾ ਪਵਾਏ ਉਹਨੇ। ਵਾਰਿਸ ਸ਼ਾਹ ਮੀਆਂ ਅਸਲ ਦਾਜ ਰਾਂਝਾ, ਇਹ ਵੀ ਕਹਿੰਦਾ ਹੈ ਕਿ ਵਾਰਿਸ ਸ਼ਾਹ ਮੀਆਂ ਅਸਲ ਦਾਜ ਰਾਂਝਾ, ਅਸਲ ਚ ਦਾਜ ਵੀ ਜਿਹੜਾ ਦਿੱਤਾ ਜਾ ਰਿਹਾ ਉਹ ਰਾਂਝਾ ਹੈ ਹੀਰ ਦੇ ਦਾਜ ਵਿੱਚ। ਕਿਉਂਕਿ ਉਹਨੇ 12 ਸਾਲ ਮੱਝਾਂ ਚਾਰੀਆਂ ਸਨ ਚੂਚਕ ਦੀਆਂ, ਤੇ ਜਿਹੜੀ ਚੂਚਕ ਨੇ ਸਰਪਲਸ ਪੈਦਾ ਕੀਤੀ, ਦੌਲਤ ਇਕੱਠੀ ਕੀਤੀ, ਉਹਦੀ ਮਿਹਨਤ ਤੋਂ ਇਕੱਠੀ ਕੀਤੀ। ਇਸ ਵਾਸਤੇ ਜਿਹੜੀ ਜਹੇਜ਼ ਵਿੱਚ ਦਿੱਤੀ ਜਾ ਰਹੀ ਹੈ ਚੀਜ਼, ਹੀਰ ਦੇ ਦਾਜ ਵਿੱਚ ਖੇੜਿਆਂ ਨੂੰ ਦਿੱਤੀ ਜਾ ਰਹੀ ਹੈ ਚੀਜ਼, ਉਹ ਤੇ ਰਾਂਝੇ ਦੀ ਮਿਹਨਤ ਦਿੱਤੀ ਜਾ ਰਹੀ ਹੈ ਨਾ। ਬੇਸਿਕਲੀ ਤਾਂ ਉਹਦੀ ਮਿਹਨਤ ਦਿੱਤੀ ਜਾ ਰਹੀ ਹੈ ਨਾ ਜਹੇਜ਼ 'ਚ। ਇਸ ਵਾਸਤੇ ਵਾਰਿਸ ਸ਼ਾਹ ਨੂੰ ਇਸ ਤਰ੍ਹਾਂ ਕਹਿੰਦਾ ਹੈ ਕਿ ਵਾਰਿਸ ਸ਼ਾਹ ਮੀਆਂ ਅਸਲ ਦਾਜ ਰਾਂਝਾ, ਅਸਲ ਦੇ ਵਿੱਚ ਦਾਜ ਜਿਹੜਾ ਸੀ ਉਹ ਰਾਂਝਾ ਸੀ। ਉਹ ਫਿਰ ਉਹੀ ਗੱਲ ਜਿਹੜੀ ਗਾਲਿਬ ਨੇ ਆਪਣੇ ਸ਼ੇਰਾਂ ਦੇ ਵਿੱਚ ਬਰਕ ਖਰਮਨ ਦੇ ਹਿਸਾਬ ਨਾਲ ਤੇ ਬਾਕੀ ਕੀਤੀ ਹੈ, ਉਹ ਵਾਰਿਸ ਸ਼ਾਹ ਨੇ ਉਹਨੂੰ ਇਸ ਤਰ੍ਹਾਂ ਉਹਨੂੰ ਕੀਤਾ ਹੈ। ਹਾਂਜੀ, ਹੋਰ ਕੋਈ ਸਵਾਲ ਹੈ ਇਹਦੇ ਉੱਤੇ? ਥੈਂਕ ਯੂ ਡਾਕਟਰ ਸਾਹਿਬ। ਹਾਂਜੀ, ਹੋਰ ਕੋਈ ਆਪਣਾ ਹੋਰ? ਜੀ ਡਾਕਟਰ ਸਾਹਿਬ, ਇੱਕ ਸਵਾਲ ਹੈ ਮੇਰਾ ਜੀ। ਇੱਕ ਇਹ ਦੌਰ ਹੈ ਜਿਹੜਾ ਨਾਦਰ ਸ਼ਾਹ ਦੌਰ, ਜਿਹੜਾ ਤੁਸੀਂ ਬਾਕੀ ਕਹਿ ਰਹੇ ਹੋ, ਇਹ ਇਨਕਲਾਬੇ ਫਰਾਂਸ ਦਾ ਵੀ ਦੌਰ ਹੈ। ਇਹਦਾ ਵੀ ਕੋਈ ਜ਼ਿਕਰ ਕੀਤਾ ਜਾਂ ਇਹਦਾ ਵੀ ਕੋਈ ਸੈਂਸ ਹੋਇਆ ਬਰੇ ਸਗੀਰ ਦੇ ਵਿੱਚ ਓਵਰਆਲ, ਜਾਂ ਗਾਲਿਬ ਨੇ ਕੁਝ ਕੀਤਾ ਹੋਵੇ ਜਾਂ ਕਿਸੇ ਹੋਰ ਸ਼ਾਇਰ ਨੇ? ਨਹੀਂ, ਬਿਲਕੁਲ ਨਹੀਂ ਹੈ। ਜਿਹੜੀ ਗਾਲਿਬ ਦੀ ਸੋਚ ਡਿਵੈਲਪ ਹੋਈ ਉਹ ਆਪਣੀ ਇੰਡੀਜਨਸ ਸੀਗੀ। ਉਹਨੂੰ ਕੋਈ ਫਰਾਂਸ ਦੇ ਇਨਕਲਾਬ ਦਾ ਜਾਂ ਉਸ ਤਰ੍ਹਾਂ ਦਾ ਮੇਰੇ ਖਿਆਲ ਦੇ ਵਿੱਚ ਉਹਦੀ ਕੋਈ ਸ਼ਹਾਦਤ ਨਹੀਂ ਮਿਲਦੀ ਕਿ ਉਹਨੂੰ ਪਤਾ ਸੀਗਾ।
हाँ जी, और कोई सवाल? डॉक्टर साहब एक क्वेश्चन है कि ਹਿਸਟੋਰੀਕਲੀ ਜਿਹੜੇ ਫॉर ਐਗਜ਼ਾਮਪਲ ਕੈਪੀਟਲਿਜ਼ਮ ਦੇ ਵਿੱਚ ਸਟਰਗਲ ਹੈਗੀ ਹੈ ਵਿਦ ਲੇਬਰ ਯੂਨੀਅਨਸ ਦੇ, ਉਹ ਸਰਪਲਸ ਵੈਲਿਊ ਦੀ ਸਟਰਗਲ ਚੱਲ ਰਹੀ ਹੈ, ਫਾਈਟ ਉਹਨਾਂ ਦੀ ਆਪਸ 'ਚ? ਸਾਰੀ ਜਿਹੜੀ ਸਟਰਗਲ ਹੈ ਉਹ ਤਾਂ ਸਰਪਲਸ ਵੈਲਿਊ ਦੀ ਚੱਲ ਰਹੀ ਹੈ ਨਾ। ਮਜ਼ਦੂਰ ਯੂਨੀਅਨ ਜਿਹੜੀ ਹੈ ਉਹ ਆਪਣਾ ਹਿੱਸਾ ਵਧਾਉਣਾ ਚਾਹੁੰਦੀ ਹੈ ਸਰਪਲਸ ਦੇ ਵਿੱਚ, ਸਰਮਾਇਆਦਾਰ ਜਿਹੜਾ ਉਹਦਾ ਹਿੱਸਾ ਘੱਟ ਰੱਖਣਾ ਚਾਹੁੰਦਾ, ਤੇ ਸਟਰਗਲ ਤੇ ਸਾਰੀ ਇਹੋ ਹੀ ਹੈ ਨਾ। अच्छा, और कोई सवाल, कोई जवाब, कोई एनीथिंग? शराई साहब तुसी किथे हो? डॉक्टर साहब एक सवाल मैं पूछना चाह रही हूँ। हाँ जी। कि मेरे ज़हन च बहुत दफा असी जेड़ी भी क्लास अटेंड करते हैं बड़ा मैनू डिस्टर्ब करता है सवाल कि असी हुण जिस तरह गालिब दी मैं पहली क्लास अटेंड कर रही हूँ, ते उस तो पहले असी जिस तरह बाकी भी सारे पढ़े क्लासिकल पोइट भी, और ਅਸੀਂ ਉਹ ਟਾਈਮ ਦੀ ਜਦੋਂ ਸੋਸ਼ੋ ਪੋਲੀਟੀਕਲ ਸਾਰਾ ਦੇਖਦੇ ਆ ਸਿਨੈਰੀਓ, ਤੇ ਹੁਣ ਤੁਸੀਂ ਇਹ ਗਾਲਿਬ ਦਾ ਵੀ ਦੱਸਦੇ ਪਏ ਹੋ, ਤੇ ਫਿਰ ਜੇ ਅਸੀਂ ਅੱਜ ਦੇ ਦੌਰ 'ਚ ਵੀ ਦੇਖੀਏ ਜੋ ਸਾਡੇ ਆਪਣੇ ਪੰਜਾਬੀ ਨਾਲ ਹੋ ਰਿਹਾ, ਜੋ ਪੰਜਾਬ ਆਪਣੇ ਪਾਕਿਸਤਾਨ 'ਚ ਵੀ ਹੋ ਰਿਹਾ, ਤੇ ਫਿਰ ਖਲੋਤੇ ਤੇ ਅਸੀਂ ਉੱਥੇ ਹੀ ਆ। ਦੇਖੋ ਸਾਡੇ ਸਕੂਲਾਂ ਤੱਕ ਤੇ ਪੰਜਾਬੀ ਲੱਗੀ ਨਹੀਂ ਹੈ, ਇਹ ਫਿਰ ਸਾਰੀ ਦੀ ਸਾਰੀ ਸਟਰਗਲ ਜਿਹੜੀ ਆ ਇਹ ਜੋ ਉਸ ਜ਼ਮਾਨੇ 'ਚ ਉਹੀ ਹੁਣ ਤੱਕ ਆ, ਤੇ ਫਿਰ ਇਰਤਕਾ ਕੀ ਹੋਇਆ? ਮਤਲਬ ਤੁਸੀਂ ਦੇਖੋ ਗੱਲ ਇਹ ਹੈਗੀ ਆ ਕਿ ਜੀ ਜਿਹੜਾ ਇਨਸਾਨੀ ਇਰਤਕਾ ਇੰਜ ਨਹੀਂ ਹੁੰਦਾ ਜਿਵੇਂ ਤੁਸੀਂ ਉਹਨੂੰ ਦੇਖ ਰਹੇ ਹੋ। ਮਿਸਾਲ ਦੇ ਤੌਰ ਦੇ ਉੱਤੇ ਮੈਂ ਤੁਹਾਨੂੰ ਮਸਲਾ ਇਰਤਕਾ ਦੀ ਦੱਸਣਾ ਗੱਲ ਜੀ। ਇਰਤਕਾ ਇਹ ਹੈਗਾ ਕਿ ਜਿਹੜਾ 40 ਸਾਲ ਪਹਿਲੇ ਪਿੰਡ ਵਿੱਚ ਆਮ ਕਮੀ ਹੁੰਦਾ ਸੀ ਨਾ ਜੀ, ਲੁਹਾਰ ਜਾਂ ਤਰਖਾਨ ਜਾਂ ਨਾਈ, ਹਾਂਜੀ, ਉਹ 40 ਸਾਲ ਦੇ ਵਿੱਚ ਇੰਨਾ ਨਿਜ਼ਾਮ ਬਦਲ ਗਿਆ ਪਿੰਡਾਂ ਦਾ ਔਰ ਪਾਕਿਸਤਾਨ ਦਾ ਕਿ ਉਹ ਸ਼ਹਿਰਾਂ ਵਿੱਚ ਜਾ ਕੇ ਉਹਨਾਂ ਚੋਂ ਅਕਸਰੀਅਤ ਜਿਹੜੀ ਹੈ, ਕਿਉਂਕਿ ਉਹਨਾਂ ਕੋਲ ਸਕਿੱਲ ਹੈਗੀ ਸੀ, ਉਹਨਾਂ ਚੋਂ ਅਕਸਰੀਅਤ ਜਿਹੜੀ ਹੈ ਅਮੀਰ ਕਾਰੋਬਾਰੀ ਹੋ ਗਏ ਨੇ ਹੁਣ। ਅੱਛਾ, ਠੀਕ ਠੀਕ, ਇਹ ਇਰਤਕਾ ਹੈ। ਠੀਕ ਠੀਕ, ਮਤਲਬ ਜਿਹੜਾ ਵੇਲਾ ਹੈਗਾ ਸੀ ਜਿਸ ਜ਼ਮਾਨੇ 'ਚ ਵਾਰਿਸ ਸ਼ਾਹ ਲਿਖ ਰਿਹਾ ਹੈ, ਹੀਰ ਰਾਂਝੇ ਦਾ ਕਿੱਸਾ ਜਾਂ ਗਾਲਿਬ ਲਿਖ ਰਹੇ ਨੇ, ਠੀਕ ਹੈ ਨਾ ਜੀ ਜੀ, ਤੇ ਉਹਦੇ ਵਿੱਚ ਤੇ ਔਰਤ ਮਰਦ ਜਿਹੜੀ ਹੈ ਇੱਕ ਦੂਜੇ ਸਾਹਮਣੇ ਆ ਹੀ ਨਹੀਂ ਸਕਦੇ। ਬਿਲਕੁਲ ਠੀਕ ਆ। ਤੇ ਹੁਣ ਤੇ ਇਹ ਨਹੀਂ ਹੈਗਾ ਨਾ, ਹੁਣ ਤੇ ਸੈੱਲ ਫੋਨ ਦੇ ਜ਼ਰੀਏ ਤੁਸੀਂ ਜਿੱਥੇ ਮਰਜ਼ੀ ਅੱਖ ਲੜਾ ਲਓ। ਸਹੀ ਕਹਿ ਰਹੇ, ਠੀਕ ਹੈ। ਤੇ ਇਹ ਇਨਸਾਨੀ ਇਰਤਕਾ ਦੀਆਂ ਮਿਸਾਲਾਂ ਨੇ। ਅੱਛਾ, ਹੁਣ ਮੈਂ ਇੱਕ ਦੂਜੇ ਪੱਖ ਤੋਂ ਗਾਲਿਬ ਦੇ ਉੱਤੇ ਜਿਹੜਾ ਉਹ ਗੱਲ ਕਰਨਾ ਚਾਹੁੰਦਾ ਹਾਂ ਕਿ ਖੁਦ ਜਿਹੜੀ ਫਿਲੋਸੋਫੀਕਲ ਡਿਵੈਲਪਮੈਂਟ ਹੈ ਦੁਨੀਆ 'ਚ ਉਹ ਕਿਵੇਂ ਹੋਈ, ਔਰ ਉਹਦੇ ਵਿੱਚ ਗਾਲਿਬ ਜਿਹੜਾ ਹੈ ਉਸ ਫਿਲੋਸੋਫੀਕਲ ਡਿਵੈਲਪਮੈਂਟ ਵਿੱਚ ਕਿੱਥੇ ਖੜਾ ਹੈ। ਤੇ ਇਹਦੀ ਮੈਂ ਬੈਕਗਰਾਉਂਡ ਤੁਹਾਨੂੰ ਇੰਝ ਸਮਝਾ ਸਕਦਾ ਹੈ ਕਿ ਦੁਨੀਆ ਵਿੱਚ ਦੋ ਤਰ੍ਹਾਂ ਦੇ ਫਲਸਫੇ ਜਿਹੜੇ ਨੇ ਉਹ ਚੱਲਦੇ ਰਹੇ ਨੇ। ਜਿਨ੍ਹਾਂ ਨੇ ਮੇਰੀ ਫਲਸਫੇ ਵਾਲੀ ਕਲਾਸ ਲਈ ਹੈ ਉਹਨਾਂ ਨੂੰ ਇਹ ਕਾਫੀ ਪਤਾ ਹੈਗਾ ਕਿ ਆਈਡੀਅਲਿਸਟ ਔਰ ਮਟੀਰੀਅਲਿਸਟ ਫਲਸਫੇ ਜਿਹੜੇ ਨੇ ਉਹ ਦੋ ਵੱਖਰੇ ਵੱਖਰੇ ਫਲਸਫੇ ਜਿਹੜੇ ਨੇ ਦੁਨੀਆ ਚੱਲਦੇ ਰਹੇ ਨੇ। ਆਈਡੀਅਲਿਜ਼ਮ ਜਿਹੜੀ ਹੈ ਉਹਦੇ ਵਿੱਚ ਇਹ ਮੰਨਿਆ ਜਾਂਦਾ ਕਿ ਸਾਰੀ ਕਾਇਨਾਤ ਜਿਹੜੀ ਹੈ ਇਹਨੂੰ ਕੋਈ ਬਾਹਰ ਤੋਂ ਹਸਤੀ ਚਲਾ ਰਹੀ ਹੈ। ਉਹਨੂੰ ਭਗਵਾਨ ਕਹਿ ਲਓ, ਉਹਨੂੰ ਪਰਮਾਤਮਾ ਕਹਿ ਲਓ, ਉਹਨੂੰ ਤੁਸੀਂ ਕੁਛ ਵੀ ਕਹਿ ਲਓ, ਉਹ ਹੈ ਜਿਹੜਾ ਚਲਾ ਰਿਹਾ ਬਾਹਰੋਂ ਬਹਿ ਕੇ ਇਸ ਨੂੰ ਕਿਸੇ ਅਰਸ਼ ਦੇ ਉੱਤੇ ਜਾਂ ਜਿੱਥੇ ਵੀ ਬਹਿ ਕੇ। ਦੂਜੀ ਜਿਹੜੀ ਉਹ ਮਟੀਰੀਅਲਿਸਟ ਅਪਰੋਚ ਹੈ ਉਹ ਇਹ ਹੈ ਕਿ ਇਹ ਜਿਹੜਾ ਜਹਾਨ ਹੈ ਇਹ ਆਪਣੇ ਤੌਰ ਦੇ ਉੱਤੇ ਮੁਕੰਮਲ ਹੈ ਔਰ ਇਹਦੇ ਅੰਦਰ ਹੀ ਕਾਜ਼ ਔਰ ਇਫੈਕਟ ਦੇ ਅਸੂਲ ਨੇ ਜਿਨ੍ਹਾਂ ਦੇ ਤਹਿਤ ਇਹ ਪੂਰਾ
यूनीवर्स जिहड़ा है वो चल रहा है, ये मटीरियलिस्ट कहंदे ने। ये जिहड़ी मटीरियलिस्ट अप्रोच है ये यूनानियां दे विच, यूनानियां दे ते हिंदुस्तान दे विच बहुत जिहड़ा इब्तदाई मुढ़ला जमाना सी ਉਹਦੇ ਵਿੱਚ भी मौजूद सी। ਜਿਹੜੇ यूनानियां ਵਿੱਚ ਐਟਮਿਸਟ ਸਕੂਲ ਸੀਗਾ ਜਿਹੜਾ ਕਹਿੰਦਾ ਸੀ ਕਿ ਜਿਹੜੀ ਕਾਇਨਾਤ ਦਾ ਮੁੱਢ ਹੈ ਉਹ ਆਈਟਮ ਹੈ ਔਰ ਉਹ ਆਈਟਮ ਜਿਹੜੇ ਨੇ ਉਹਨਾਂ ਦੀ ਮੂਵਮੈਂਟ ਦੇ ਨਾਲ ਇਹ ਜਹਾਨ ਚੱਲਦਾ ਹੈ। ਉਹ ਹਰ ਇੱਕ ਲੰਮੀ ਚੌੜੀ ਥਿਊਰੀ ਹੈ। ਹਿੰਦੁਸਤਾਨ ਦੇ ਵਿੱਚ ਵੀ ਜਿਹੜੀ ਐਟਮਿਸਟ ਥਿਊਰੀ ਜਿਹੜੀ ਹੈ ਉਹ ਪਪੂਲਰ ਸੀ ਔਰ ਹਿੰਦੁਸਤਾਨ ਦੇ ਪੰਜਾਬ ਦੇ ਵਿੱਚ ਤੇ ਖਾਸ ਤੌਰ ਦੇ ਉੱਤੇ ਜਿਹੜੇ ਫਲਸਫੇ ਜਿਨ੍ਹਾਂ ਦੀ ਚੜ੍ਹਤ ਹੋਈ ਉਸ ਜ਼ਮਾਨੇ 'ਚ ਜਦੋਂ ਯੂਨਾਨੀ ਉੱਧਰ ਸਨ ਤੇ ਉਹਨਾਂ ਦੇ ਵਿੱਚ ਮਿਸਾਲ ਦੇ ਤੌਰ ਤੇ ਤੰਤਰਵਾਦ ਸੀ ਜਿਹੜਾ ਤਨ ਨੂੰ ਬੰਦੇ ਦੇ ਜਿਸਮ ਨੂੰ ਮੁੱਢ ਮੰਨਦਾ ਹੈ। ਚਾਰ ਵਾਕ ਸੀ ਜਿਹੜਾ ਕਿ ਇਹ ਕਹਿੰਦਾ ਹੈ ਕਿ ਦੁਨੀਆ ਜਿਹੜੀ ਹੈ ਉਹ ਚਾਰ ਐਲੀਮੈਂਟਸ ਦੇ ਨਾਲ ਬਣੀ ਹੈ, ਪਾਣੀ, ਮਿੱਟੀ, ਅੱਗ, ਹਵਾ। सांख्या जिहड़ा है कि ਉਹਦਾ मतलब ये है कि इस कायनात ਦਾ इस यूनीवर्स ਦਾ ਇੱਕ ਹੀ ਅਸੂਲ ਹੈ ਔਰ ਉਹ ਫਿਜ਼ੀਕਲ ਅਸੂਲ ਹੈ। ਅੱਛਾ, ਇਹ ਹੁਣ ਤੁਸੀਂ ਦੇਖੋ ਕਿ ਯੂਰਪ ਵਿੱਚ ਜਦੋਂ ਐਨਲਾਈਟਨਮੈਂਟ ਦਾ ਦੌਰ ਆਇਆ ਤੇ ਉਸ ਵੇਲੇ ਪਹਿਲੀ ਵਾਰੀ ਜਿਹੜੇ ਫਲਸਫੇ ਦੇ ਵਿੱਚ ਜਿਹੜੀ ਉਤਲੀ ਹਸਤੀ ਹੈ ਉਹਦੇ ਬਾਰੇ ਉਹਨੂੰ ਉਹਦੀ एनालिसिस जिहड़ा है वो शुरू होया और उन्होंने एक दफा चैलेंज जो एक तरह का चैलेंज जिहड़ा है मानते भी रहे तो चैलेंज भी करते रहे। ਉਹਦੇ ਵਿੱਚ ਹੁਣ ਜਿਹੜਾ ਸਵਾਲ ਸੀਗਾ ਸਾਰੀ ਜਿਹੜੀ ਹਿਸਟੋਰੀਕਲ ਮੂਵਮੈਂਟ ਦੇ ਵਿੱਚ ਜਿਹੜਾ ਮੁੱਢਲਾ ਸਵਾਲ ਹੈ ਕਿ ਅਗਰ ਕੋਈ ਬਾਹਰੋਂ ਨਹੀਂ ਚਲਾ ਰਿਹਾ, ਅਗਰ ਇਹ ਜਿਹੜੀ ਯੂਨੀਵਰਸ ਹੈ ਇਹ ਆਪਣੇ ਤੌਰ ਤੇ ਹੀ ਚੱਲ ਰਿਹਾ ਹੈ ਤੇ ਇਸ ਚੱਲਣ ਦਾ ਮੁੱਢਲਾ ਅਸੂਲ ਕੀ ਹੈ? ਉਹ ਮੁੱਢਲਾ ਅਸੂਲ ਦੱਸੋ ਤੇ ਫਿਰ ਸਮਝ ਆਏਗੀ ਕਿ ਇਹ ਵਾਕਈ ਆਪਣੇ ਤੌਰ ਤੇ ਚੱਲ ਰਿਹਾ ਹੈ। ਤੇ ਇਹਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਹੈਗਲ ਸੀ, ਫਰੈਡਰਿਕ ਹੈਗਲ, ਜਰਮਨ ਫਿਲਾਸਫਰ, ਉਹਦੀ ਥਿਊਰੀ ਨੂੰ ਮੰਨਿਆ ਜਾਂਦਾ ਹੈ ਕਿ ਉਹਨੇ ਪਹਿਲੀ ਵਾਰੀ ਡਾਇਲੈਕਟਿਕਸ ਦਾ, ਜਿਹਨੂੰ ਉਰਦੂ ਵਿੱਚ ਕਹਿੰਦੇ ਨੇ ਜਜ਼ਲਿਆਤ, ਤੇ ਆਪਣਾ ਮੈਂ ਕਿਹਾ ਸੀ ਕਿ ਦਾ ਤਰਜਮਾ ਤੁਸੀਂ ਦੁੱਕੜਵਾਦ ਵੀ ਕਰ ਸਕਦੇ ਹੋ, ਦੋ ਪਰਤਾਂ ਹੁੰਦੀਆਂ ਨੇ। ਫਲਸਫਾ ਮਤਲਬ ਇਹ ਉਹਨੇ ਕਿਹਾ ਕਿ ਜਿਹੜੀ ਹਰ ਇਕਾਈ ਹੈ, ਹਰ ਜਿਹੜੇ ਯੂਨਿਟ ਹੈ ਕਾਇਨਾਤ ਦਾ, ਯੂਨੀਵਰਸ ਦਾ, ਉਹਦੇ ਦਰਮਿਆਨ ਸਪਲਿਟ ਹੈ ਨੈਗੇਟਿਵ ਔਰ ਪੋਜ਼ਿਟਿਵ ਐਲੀਮੈਂਟਸ ਦੀ। ਉਹ ਆਪਸ ਦੇ ਵਿੱਚ ਯੁੱਧ ਕਰਦੇ ਨੇ ਔਰ ਉਹਨਾਂ ਚੋਂ ਇੱਕ ਜਿੱਤ ਜਾਂਦਾ ਹੈ ਤੇ ਫਿਰ ਉਹਦੇ ਉੱਤੇ ਦੂਜਾ ਹੋ ਜਾਂਦਾ ਹੈ ਤੇ ਫਿਰ ਇਹ ਜਿਹੜਾ ਬੰਦੇ ਦੀ ਜਿਹੜੀ ਵਿਚਾਰ ਨੇ ਉਹ ਇਸ ਯੁੱਧ ਵਿੱਚ ਅੱਗੇ ਵੱਧਦੇ ਜਾਂਦੇ ਨੇ ਔਰ ਅਖੀਰ ਉਹ ਐਬਸੋਲੂਟ ਆਈਡੀਆ ਜਿਹੜਾ ਹੈ, ਐਬਸੋਲੂਟ ਸਪਿਰਿਟ ਦੇ ਵਿੱਚ ਬਣ ਜਾਂਦੇ ਨੇ। ਤੇ ਹੈਗਲ ਦਾ ਕਹਿਣਾ ਸੀ ਕਿ ਜਿਹੜਾ ਜਰਮਨੀ ਹੈ ਉਹਦੇ ਵਿੱਚ ਉਹ ਐਬਸੋਲੂਟ ਸਪਿਰਿਟ ਦੇ ਲੈਵਲ ਦੇ ਉੱਤੇ ਪਹੁੰਚ ਗਿਆ। ਖੈਰ ਇਹਦੇ ਨਾਲ ਸਾਨੂੰ ਜ਼ਿਆਦਾ ਗਰਜ ਨਹੀਂ ਹੈਗੀ, ਸਾਨੂੰ ਜ਼ਿਆਦਾ ਗਰਜ ਹੈਗੀ ਹੈ ਕਿ ਉਹਨੇ ਜਿਹੜੀ ਯੂਨੀਵਰਸ ਨੂੰ ਸਮਝਣ ਦਾ ਜਿਹੜਾ ਬੇਸਿਕ ਮੈਥਡ ਯਾਨੀ ਡਾਇਲੈਕਟਿਕਲ ਮੈਥਡ ਜਿਹੜਾ ਦੱਸਿਆ ਉਹਨੂੰ, ਉਹ ਸਾਡੇ ਲਈ ਅਹਿਮ ਹੈ। ਉਹਨੂੰ ਹੀ ਫਿਰ ਬਾਅਦ ਦੇ ਵਿੱਚ ਮਾਰਕਸ ਨੇ ਯੂਜ਼ ਕੀਤਾ। ਉਹਨੇ ਕਿਹਾ ਕਿ ਨਹੀਂ, ਇਹ ਬੰਦੇ ਦੇ ਖਿਆਲਾਂ ਵਿੱਚ ਬਦਲੀ ਨਹੀਂ ਹੁੰਦੀ, ਬੰਦੇ ਦੇ ਖਿਆਲਾਂ ਦੇ ਵਿੱਚ ਕੰਟਰਾਡਿਕਸ਼ਨ ਨੈਗੇਟਿਵ ਪੋਜ਼ਿਟਿਵ ਨਹੀਂ ਹੁੰਦੀ, ਬਲਕਿ ਇਹ ਇਕਨੋਮਿਕ ਫੋਰਸਿਸ ਦੇ ਦਰਮਿਆਨ ਨੈਗੇਟਿਵ ਪੋਜ਼ਿਟਿਵ ਹੁੰਦੇ ਨੇ ਜਿਹੜੇ ਕਿ ਆਪਸ ਦੇ ਵਿੱਚ ਯੁੱਧ ਕਰਦੇ ਨੇ ਤੇ ਸੋਸਾਇਟੀ ਅੱਗੇ ਵੱਧਦੀ ਹੈ। ਇਹ ਇੱਕ ਲੰਮੀ ਚੌੜੀ ਬਹਿਸ ਹੈ, ਲੇਕਿਨ ਇਹ ਡਾਇਲੈਕਟ੍ਰਿਕਸ ਜਿਹੜੀ ਹੈ ਇਹ ਯੂਰਪ ਦੀ ਤੁਸੀਂ ਸਮਝ ਲਓ ਕਿ ਇਹ ਸਿੱਟਾ ਸੀ ਜਿਹੜਾ ਕਿ ਫਲਸਫੇ ਨੇ ਆਪਣੇ ਤੌਰ ਤੇ ਕੱਢਿਆ ਔਰ ਉਹਦੇ ਵਿੱਚ ਉਸ ਤੋਂ ਪਹਿਲੇ ਵੀ ਜਿਹੜੇ ਫਲਸਫੀ ਨੇ, ਮਸਲਨ ਸਪੀਨੋਜ਼ਾ ਸੀ, ਉਹ ਵੀ ਗਾਲਬ ਦੀ ਤਰ੍ਹਾਂ ਮੁਆਜ਼ ਸੀ, ਯਾਨੀ ਵਾਜਤ ਪ੍ਰਸਤ ਸੀਗਾ। ਇਹ ਸਾਰੇ ਤਕਰੀਬਨ ਵਾਜਤ ਪ੍ਰਸਤ ਹਨ। ਤੇ ਲੇਕਿਨ ਇਹ ਹੈ ਕਿ ਇਹ ਜਿਹੜਾ ਡਾਇਲੈਕਟ੍ਰਿਕਸ ਦਾ ਜਿਹੜਾ ਢੰਗ ਹੈ ਇਹ
ਹੀਗਲ ਨੇ ਕੱਢਿਆ ਸੀ, ਫਿਰ ਉਹਨੂੰ ਬਹੁਤ ਹੋਰਾਂ ਨੇ ਵੀ ਯੂਜ਼ ਕੀਤਾ, ਤੇ ਅੱਜ ਵੀ ਜਿਹੜੀ ਦੁਨੀਆ ਹੈ ਉਹ ਜਾਂ ਹਗੇਲੀਅਨ ਆ ਜਾਂ ਐਂਟੀ ਹਗੇਲੀਅਨ ਆ। ਹੁਣ ਮੈਂ ਇਹ ਦੱਸਣਾ ਚਾਹੁੰਦਾ ਤੁਹਾਨੂੰ ਕਿ ਗਾਲਿਬ ਜਿਹੜਾ ਹੈ ਉਹ ਆਪਣੇ ਤੌਰ ਦੇ ਉੱਤੇ ਇਸ ਮੈਥਡ ਦੇ, ਇਹ ਜਿਹੜਾ ਮੈਥਡ ਹੈ ਕਿਵੇਂ ਇਹ ਮੈਥਡ ਜਿਹੜਾ ਹੈ ਇਹ ਕਿਵੇਂ ਫੰਕਸ਼ਨ ਕਰ ਰਿਹਾ ਸਾਡੇ ਯੂਨੀਵਰਸ ਦੇ ਵਿੱਚ, ਗਾਲਿਬ ਜਿਹੜਾ ਹੈ ਉਹ ਖੁਦ ਆਪਣੀ ਸੋਚ ਨਾਲ ਉੱਥੇ ਉਹਨਾਂ ਨਤੀਜਿਆਂ ਤੇ ਪਹੁੰਚ ਚੁੱਕਿਆ ਸੀ, ਔਰ ਉਹਨੇ ਸ਼ਾਇਰੀ, ਆਪਣੀ ਸ਼ਾਇਰੀ ਦੇ ਵਿੱਚ ਉਹਦਾ ਇਜ਼ਹਾਰ ਕੀਤਾ, ਉਸ ਕਨਸੈਪਟ ਦਾ, ਡਾਇਲੈਕਟ੍ਰਿਕਸ ਦਾ ਇਜ਼ਹਾਰ ਕੀਤਾ। ਉਹ ਮੈਂ ਤੁਹਾਨੂੰ ਸ਼ੇਰ ਸੁਣਾਉਣਾ ਹੈ। नफी से करती है असबात तराविश गोया, नफी से करती है असबात तराविश गोया, दी ही जाए दहन इसको दामे ईजाद नहीं। मतलब पहले मिसरे ते गौर करो। पहला मिसरा ये कहता है कि नफी से करती है असबात तराविश गोया, कि जिहड़ी नैगेटिव हुंदी है ਉਹਦੇ ਵਿੱਚੋਂ पॉजिटिव जिहड़ी है वो ग्रो करती है। ग्रोथ पॉजिटिव दी तराविश जिहड़ी है ਉਹਦੀ ਜਿਹੜੀ ਕੰਸਟਰਕਸ਼ਨ ਹੈ ਨੈਗੇਟਿਵ ਵਿੱਚ ਹੀ ਪੋਜ਼ਿਟਿਵ ਦੀ ਹੁੰਦੀ ਹੈ। ਠੀਕ, ਹੁਣ ਇਹ 'ਚ ਜਿਹੜਾ ਨੈਗੇਟਿਵ ਔਰ ਪੋਜ਼ਿਟਿਵ ਦਾ ਜਿਹੜਾ ਆਪਸ ਵਿੱਚ ਜੋੜ ਹੈ ਉਹ ਤੁਸੀਂ ਇਹ ਦੇਖੋ ਗਾਲਿਬ ਕਿਵੇਂ ਕਲੀਅਰਲੀ ਸਮਝ ਰਿਹਾ। फिर वो कहता है, एक होर शेर है, पूछे है क्या वजूदो अदल अहले शौक, वजूदो अदम अहले शौक का, आप अपनी आग के खसो खाशाक हो गए। यानी जेड़े पूछे है क्या वजूदो अदम अहले शौक का, कि आशिकां दे वजूद और वायड होण और ना होण दा की पुछदे हो, वो अपनी अग दे विच यानी अपने अंदर अपनी अग दे विच सड़दे ने। अच्छा जी, मैं तो बहुत सारे शेर वैसे कोट कीते ने। जौहरे तेग बसर चश्मा है दीगर मालूम, हाँ ए देखो तुसी ए शेर देखो, जौहरे तेग पहला मिसरा छड़ दियो, हूं मैं वो सब्जा के जहराब उगाता है मुझे, मैं वो सब्जा है यानी मैं वो कहाँ है जिन्हों को जहर उगाता है। इत्थे भी तुसी देखो कि किवें नैगेटिव दे विचों पॉजिटिव और पॉजिटिव दे विचों नैगेटिव जिहड़ा वो उहदे असूल नूं गालिब बरत रहा है। लताफत, अगला शेर सुनो, लताफत बेकसाफत जलवा पैदा कर नहीं सकती। लताफत जिहड़ी है यानी स्मूथनेस, सॉफ्टनेस, और उदा उल्ट है रफनेस, कसाफत, पोल्यूटेड। लताफत नूं समझ लो प्योरली साफ, ते कसाफत समझ लो कि प्योरली पोल्यूटेड। ते वो कहता है कि लताफत बेकसाफत जलवा पैदा कर नहीं सकती। जिस लताफत दे विच, जिस सफाई दे विच कसाफत ना होवे, नैगेटिव और पॉजिटिव ना होन, ते जलवा नहीं पैदा हो सकता। चमन जंगार है आईना है बादे बहारी का, इन्हें चढ़ो उसी ज़्यादा मुश्किल है। इशरते कतरा है दरिया में फना हो जाना। कतरे दी जिहड़ी सब तो वड्डी जिहड़ी ऐश है वो ये है कि दरिया चो फना हो जाए। यानी मतलब ये है कि तुसी इस वड्डे यूनीवर्स का किवें हिस्सा बन जाओ, ये है असल गल जिहड़ी जिहदे उत्ते देखना चाहिए। ये वैसे अपना जिहड़ा ना वो मैं तुहानूं तुहाडे शौक दे वास्ते मैं तुहानूं कुछ पंजाबी दे भी सुना देना है जिन्हां विच तसव्वुर आया है। इहदे विच
ਮਿਸਾਲ ਦੇ ਤੌਰ ਦੇ ਉੱਤੇ ਸਚਲ ਸਰਮਸਤ ਹੋਣਾ ਜੀ ਇਹ ਕਾਫੀ ਹੈ, ਜਿਹੜੀ ਵਿੱਚ ਉਹ ਕਹਿੰਦੇ ਨੇ ਮੈਂ ਆਹੀ ਹਾਂ, ਮੈਂ ਆਹੀ ਹਾਂ, I am existent। ਆਹੀਆਂ ਵਿੱਚੋਂ ਨਾਹੀਆਂ ਥੀਂਦੀਆਂ, ਪੋਜ਼ਿਟਿਵ ਵਿੱਚੋਂ ਨੈਗੇਟਿਵ ਨਿਕਲਦਾ ਹੈ। ਆਹੀਆਂ ਵਿੱਚੋਂ ਨਾਹੀਆਂ ਥੀਂਦੀਆਂ, ਨਾਹੀਆਂ ਵਿੱਚੋਂ ਆਹੀਆਂ। ਪੋਜ਼ਿਟਿਵ ਚੋਂ ਨੈਗੇਟਿਵ ਨਿਕਲਦਾ ਹੈ ਔਰ ਨੈਗੇਟਿਵ ਚ ਪੋਜ਼ਿਟਿਵ ਨਿਕਲਦਾ ਹੈ। ਇਹ ਸਚਲ ਸਰਮਸਤ ਕਹਿ ਰਹੇ ਨੇ। ਸੁਲਤਾਨ ਬਾਹੂ ਹੋਰਾਂ ਦਾ ਇੱਕ ਮੈਂ ਤੁਹਾਨੂੰ ਸੁਣਾਉਣਾ ਹੈ ਸ਼ੇਰ, ਇਹ ਤੁਸੀਂ ਸੁਣਿਆ ਵੀ ਹੋਣਾ। ਨਫੀ ਇਸਬਾਤ ਦਾ ਪਾਣੀ ਮਿਲਿਆ, ਹਰ ਰਗੇ ਹਰ ਜਾਈ। ਯਾਨੀ ਹਰ ਰਗ ਤੇ ਹਰ ਜਾ ਨੂੰ ਦੋ ਚੀਜ਼ਾਂ ਦਾ ਪਾਣੀ ਮਿਲਿਆ ਹੈ, ਨਫੀ ਦਾ ਔਰ ਇਸਬਾਤ ਦਾ, ਪੋਜ਼ਿਟਿਵ ਦਾ। ਤੇ ਤਾਂ ਉਹ ਜਿਹੜੀ ਹੈ ਉਹ ਉਹਦੇ ਵਿੱਚ ਉਹਨੂੰ ਫੁੱਲ ਲੱਗੇ ਨੇ। ਤੇ ਮੈਂ ਫਿਰ ਖੈਰ ਆਪਣੇ ਸ਼ੌਕ ਲਈ ਮੈਂ, ਕਿਉਂਕਿ ਮੁਨੀਰ ਨਿਆਜ਼ੀ ਨੂੰ ਕਾਫੀ ਅੱਛਾ ਸ਼ਾਇਰ ਸਮਝਣਾ ਹੈ, तो फिर मैं मुनीर नियाज़ी दे भी एक नज़म जिहड़ी है वो कोट कीती है, वो भी सुन लो। तो उस तो बाद फिर सवाल जवाब करांगे। ਉਹਦੀ ਨਜ਼ਮ ਹੈਗੀ ਹੈ, ਅੱਧਾ ਪਾਸਾ ਰੋਸ਼ਨੀ ਦੇ ਵਿੱਚ, ਅੱਧਾ ਘੁੱਪ ਹਨੇਰੇ ਵਿੱਚ। ਇੱਕ ਅੱਖ ਸੂਰਜ ਵਾਂਗੂ ਚਮਕੇ, ਇੱਕ ਘੁੱਪ ਹਨੇਰੇ ਵਿੱਚ। ਕਦੀ ਨਾ ਖੁੱਲ ਕੇ ਸਾਹਮਣੇ ਆਇਆ ਰਾਜ਼ ਇਹ ਦੋਹਾਂ ਨਕਾਬਾਂ ਦਾ। ਵਾਹ। ਨਕਾਬਾਂ ਦਾ ਪਰਦੇ। ਕਦੀ ਨਾ ਖੁੱਲ ਕੇ ਸਾਹਮਣੇ ਆਇਆ ਰਾਜ਼ ਇਹ ਦੋਹਾਂ ਨਕਾਬਾਂ ਦਾ। ਅੱਧਾ ਬੂਹਾ ਬੰਦ ਰਿਹਾ ਇਹਨਾਂ ਮਰਨ ਜੀਣ ਦੀਆਂ ਖਾਬਾਂ ਦਾ। ਤੇ ਚਲੋ ਜੀ ਮੈਂ ਤੁਹਾਡੇ ਸ਼ੌਕ। ਹਾਂਜੀ, ਹੁਣ ਤੁਸੀਂ ਜਿਹੜੇ ਗਾਲਬ ਦੇ ਉੱਤੇ ਇੱਥੋਂ ਤੱਕ ਜਿਹੜੀ ਗੱਲ ਹੋਈ ਆ, ਜੋ ਕੋਈ ਸਵਾਲ ਹੈ ਤੇ ਉਹ ਕਰ ਲਓ। ਤੇ ਜੇ ਨਹੀਂ ਹੈਗਾ ਤੇ ਅਸੀਂ ਛੁੱਟੀ ਕਰ ਲੈਣੇ ਆ। ਇਸ ਤਰ੍ਹਾਂ ਵੀ ਹੈਗਾ ਡਾਕਟਰ ਸਾਹਿਬ ਕਿ ਜਿਸ ਤਰ੍ਹਾਂ ਗਾਲਿਬ ਨੇ ਕਿਹਾ, ਤੇ ਬਾਜ਼ੂਕਾਤ ਇਹਨੂੰ ਕੀ ਇਸ ਤਰ੍ਹਾਂ ਅਸੀਂ ਰਿਲੇਟ ਕਰ ਸਕਦੇ ਹਾਂ ਕਿ ਜਿਸ ਤਰ੍ਹਾਂ ਮੁਸਬਤ ਚੋਂ ਹੀ ਮਤਲਬ ਪੋਜ਼ਿਟਿਵ ਤੋਂ ਨੈਗੇਟਿਵ ਨਿਕਲਦਾ, ਤੇ ਜਿਸ ਤਰ੍ਹਾਂ ਨੈਗੇਟਿਵਿਟੀ ਬਾਜ਼ੂਕਾਤ ਤੁਹਾਨੂੰ ਡਰਾਈਵ ਦਿੰਦੀ ਹੈ, ਬਾਜ਼ੂਕਾਤ ਕ੍ਰਿਟਿਸਿਜ਼ਮ ਜਿਹੜਾ ਵਾ ਇਨਸਾਨ ਨੂੰ ਅੱਗੇ ਵਧਣ ਵਾਸਤੇ ਵੀ ਇੱਕ ਫੋਰਸ ਦਿੰਦਾ ਹੈ। ਮਤਲਬ ਇਸ ਚੀਜ਼ ਨੂੰ ਅਸੀਂ ਕਿਤੇ ਰਿਲੇਟ ਕਰ ਸਕਦੇ ਹਾਂ? ਨਹੀਂ, ਬੇਸਿਕਲੀ ਤੇ ਜਿਹੜਾ ਕਨਸੈਪਟ ਹੈ ਉਹ ਇਹੋ ਹੀ ਹੈ ਨਾ ਕਿ ਨੈਗੇਟਿਵ ਵਿੱਚੋਂ ਪੋਜ਼ਿਟਿਵ ਤੇ ਪੋਜ਼ਿਟਿਵ ਵਿੱਚੋਂ ਜਿਹੜਾ ਹੈ ਉਹ ਨੈਗੇਟਿਵ ਨਿਕਲਦਾ ਹੈ। ਮਤਲਬ ਇਹ ਹੈ ਕਿ ਤੁਸੀਂ ਉਹਦੀ ਜਿਹੜੀ ਤਾਰੀਖੀ ਤੌਰ ਤੇ ਮਿਸਾਲ ਲੈ ਸਕਦੇ ਹੋ, ਉਹ ਇਹ ਲੈ ਸਕਦੇ ਹੋ ਕਿ ਜਿਹੜਾ ਮੁਗਲਾਂ ਦਾ ਜਿਹੜਾ ਨਿਜ਼ਾਮ ਹੈ, ਗਾਲਿਬ ਦੇ ਜ਼ਮਾਨੇ ਦੀ ਜਿਹੜੀ ਇਸ਼ਰਾਫੀਆ ਹੈ, ਠੀਕ ਜੀ, ਉਹਨੂੰ ਸਮਝੋ ਕਿ ਉਹ ਪੋਜ਼ਿਟਿਵ ਐਲੀਮੈਂਟ ਹੈ ਜਾਂ ਉਹ ਹੈ ਜਿਹੜਾ ਹੈਗਾ। ਤੇ ਉਹਦੇ ਅੰਦਰ ਜਿਹੜੀ ਉਹਨੂੰ ਤਬਾਹੀ ਕਰਨ ਵਾਲੀਆਂ ਨੈਗੇਟਿਵ ਚੀਜ਼ਾਂ ਨੇ ਉਹ ਵੀ ਮੌਜੂਦ ਹੈਗੀਆਂ ਨੇ ਜਿਹੜੀਆਂ ਉਹਨੂੰ ਤਬਾਹ ਕਰਨੀਆਂ ਨੇ। ਸੋ ਇਟਸ ਅ ਯੂਨਿਟੀ ਆਫ ਆਪੋਜ਼ਿਟਸ। ਤੇ ਅਖੀਰ ਉਹਦੇ ਵਿੱਚ ਜਿਹੜੀਆਂ ਤਬਾਹ ਕਰਨ ਵਾਲੀਆਂ ਤਾਕਤਾਂ ਨੇ ਉਸ ਅਰਿਸਟੋਕ੍ਰੇਸੀ ਨੂੰ ਉਹ ਗਾਲਬ ਆ ਜਾਂਦੀਆਂ ਨੇ। ਠੀਕ ਠੀਕ ਠੀਕ। ਜਦੋਂ ਉਹ ਗਾਲਬ ਆ ਜਾਂਦੀਆਂ ਨੇ ਔਰ ਉਹ ਜਿਹੜੀ ਇਸ਼ਰਾਫੀਆ ਹੈ, ਅਰਿਸਟੋਕ੍ਰੇਸੀ ਆ ਮੁਗਲਾਂ ਦੀ, ਉਹ ਮੁੱਕ ਜਾਂਦੀ ਹੈ, ਤੇ ਫਿਰ ਜਿਹੜੀ ਹਕੂਮਤ ਕਾਇਮ ਹੁੰਦੀ ਹੈ ਜਾਂ ਜਿਹੜੀ ਵੀ ਸਟੇਟ ਬਣਦੀ ਹੈ ਉਹ ਫਿਰ ਪੋਜ਼ਿਟਿਵ ਹੋ ਜਾਂਦੀ ਹੈ ਤੇ ਉਹਦੇ ਖਿਲਾਫ ਫਿਰ ਤਾਕਤਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਅਗੇਨ। ਬਿਲਕੁਲ ਸਹੀ। ਉਸ ਘੋਲ ਦੇ ਨਤੀਜੇ ਦੇ ਵਿੱਚ ਫਿਰ ਜਿਹੜੀ ਆਪਣਾ ਅੰਗਰੇਜ਼ ਸ਼ਾਹੀ ਆ ਉਹ ਖਤਮ ਹੋ ਜਾਂਦੀ ਹੈ। ਹੁਣ ਤੁਹਾਨੂੰ ਨੈਗੇਟਿਵ ਪੋਜ਼ਿਟਿਵ ਸਮਝ ਆਇਆ ਕਿ ਕਿਵੇਂ ਵਰਕ ਕਰਦੇ? ਬਿਲਕੁਲ, ਬਹੁਤ ਅੱਛਾ, ਬਹੁਤ ਅੱਛਾ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਅੱਛੇ। ਹਾਂਜੀ, ਹੋਰ ਕੋਈ ਸਵਾਲ, ਕੋਈ ਜਵਾਬ, ਕੋਈ ਕਮੈਂਟ?
ਮੈਂ ਡਾਕਟਰ ਸਾਹਿਬ ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਦੋ ਲਾਈਨਾਂ ਕਹਿ ਦਿੰਦਾ ਕਿ ਪਤਾ ਨਹੀਂ ਇਹ ਵੀ ਇਸੇ ਵਿੱਚ ਹੀ ਫਿੱਟ ਹੁੰਦੀਆਂ ਗੱਲਾਂ ਕਿ ਨਹੀਂ, ਕਿ ਚੰਨ ਪੁੰਨਿਆਂ ਤੱਕ ਹੱਸ ਹੱਸ ਵਧੇ, ਫੇਰ ਘਟੇ ਤੇ ਰੋਵੇ, ਅੱਧ ਖਿੜਿਆ ਫੁੱਲ ਕੋਈ ਨਾ ਛੇੜੇ, ਖਿੜੇ ਤਾਂ ਹਰ ਕੋਈ ਖੋਵੇ, ਪੂਰੀ ਸ਼ੈ ਨੂੰ ਡਰ ਘਾਟੇ ਦਾ, ਡਰ ਨਾ ਅੱਧੀ ਤਾਈਂ, ਰੱਬਾ ਮੇਰੇ ਪਿਆਰ ਦੀ ਮੰਜ਼ਿਲ ਪੂਰੀ ਕਦੇ ਨਾ ਹੋਵੇ। ਹਾਂ ਬਹੁਤ ਅੱਛਾ, ਬਹੁਤ ਵਾਹ ਅੱਛਾ। ਬਹੁਤ ਅੱਛਾ। ਇਨਕੰਪਲੀਟ ਚੀਜ਼ਾਂ ਜਿਹੜੀਆਂ ਦੇ ਵਿੱਚ ਜ਼ਿਆਦਾ ਤਾਕਤ ਹੈ ਰਾਦਰ ਦੈਨ ਕੰਪਲੀਟ ਚੀਜ਼ਾਂ 'ਚ। ਹਾਂ ਮਤਲਬ ਉਹ ਜਿਹੜੀਆਂ ਇਨਕੰਪਲੀਟ ਨੇ ਉਹ ਅਜੇ ਆਪਣੇ ਇਵਾਲਵ ਹੋ ਰਹੀਆਂ ਨੇ ਨਾ। ਯੈਸ। ਤੇ ਬਹੁਤ ਅੱਛਾ। ਚਲੋ ਫਿਰ ਅਗਰ ਹੁਣ ਗੱਲ ਇੱਕ ਗੱਲ ਡਾਕਟਰ ਸਾਹਿਬ, ਜਿਹੜੇ ਆਪਣੀਆਂ ਹੈਗੀਆਂ ਨੇ ਨਾ ਇਹ WhatsApp ਦੇ ਉੱਤੇ ਜਿਹੜੀ ਵੀ ਕੋਈ ਨਵੀਂ ਕਲਾਸ ਆਉਣ ਵਾਲੀ ਹੁੰਦੀ ਹੈ ਉਹਦੀ ਥੋੜੀ ਜਿਹੀ ਮਾਲੂਮਾਤ ਦੇ ਛੱਡਿਆ ਕਰੋ ਪਲੀਜ਼। ਅੱਛਾ ਠੀਕ ਹੈ, ਓਕੇ ਕਰ ਦਿਆਂਗੇ। ਤੇ ਡਾਕਟਰ ਸਾਹਿਬ ਬਹੁਤ ਮਜ਼ਾ ਆਇਆ ਔਰ ਬਹੁਤ ਹੀ ਜ਼ਿਆਦਾ ਤੁਸੀਂ ਇਹ ਆਈਡੀਆ ਸਾਨੂੰ ਹੁਣ ਕਾਫੀ ਸਟਰਗਲ ਕਰਨੀ ਪੈਣੀ ਆ, ਇਹਨਾਂ ਨੂੰ ਡਿਵੈਲਪ ਕਰਨਾ ਪੈਣਾ, ਹੁਣ ਸਾਨੂੰ ਕਾਫੀ ਟਾਈਮ ਲੱਗੇਗਾ ਇਹਨਾਂ ਨੂੰ ਸੋਚਣ ਲਈ। ਬਹਰਹਾਲ ਸੋਚੋ ਇਹ ਤੇ ਸੋਚਣ ਵਾਲੀਆਂ ਗੱਲਾਂ ਨੇ। ਵਾਹ ਬਿਲਕੁਲ। ਚਲੋ ਜੀ ਓਕੇ, ਕਮਾਲ ਹੈ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਥੈਂਕ ਬਹੁਤ ਯੂ, ਜ਼ਬਰਦस्त, ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ ਸੋ ਮਚ।